South Asian Canadian channel. Hi, this is Priyanka Chopra and you're watching Channel Y. The biggest South Asian media group, Y Media. Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. अब हर दिन सुने GTA का #1 रेडियो स्टेशन FM 91.9. You are watching Channel Y. Channel Y. Prime Minister, welcome. It's a pleasure to be here. It's a pleasure to be back. Online, SouthAsianDaily.com. The biggest South Asian media group, Y Media. Hello everyone, my name is Yudhir Jaswal. I'm the group editor at Y Media. ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੈਨਲ Y ਔਰ ਰੇਡੀਓ Y ਦੇ ਉੱਤੇ। ਅਸੀਂ ਜਦੋਂ ਕੈਨੇਡਾ ਦੇ ਵਿੱਚ ਆਉਂਦੇ ਹਾਂ ਤਾਂ ਇੰਸ਼ੋਰੈਂਸ ਅਸੀਂ ਸੁਣਦੇ ਹਾਂ ਇਹਦੇ ਬਾਰੇ ਔਰ ਬਹੁਤ ਸਾਰੇ ਸਾਡੇ ਵਿੱਚ ਲੋਕ ਇਹ ਜਾਣਨਾ ਚਾਹੁੰਦੇ ਹੋਣਗੇ ਕਿ ਇੰਸ਼ੋਰੈਂਸ ਜਿਹੜੀ ਹੈ ਸਾਨੂੰ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ। ਔਰ ਖਾਸ ਕਰ ਜੇ ਅਸੀਂ ਇੰਸ਼ੋਰੈਂਸ ਦੀ ਗੱਲ ਕਰੀਏ ਕਈ ਵਾਰ ਜੇ ਅਸੀਂ ਜ਼ਿਆਦਾ ਇੰਸ਼ੋਰੈਂਸ ਲੈ ਲਈਏ ਅਸੀਂ ਪ੍ਰੀਮੀਅਮ ਜ਼ਿਆਦਾ ਦੇ ਜਾ ਰਹੇ ਹਾਂ ਔਰ ਹੋ ਸਕਦਾ ਹੈ ਸਾਨੂੰ ਸ਼ਾਇਦ ਉਨੀ ਇੰਸ਼ੋਰੈਂਸ ਦੀ ਜ਼ਰੂਰਤ ਨਾ ਹੋਵੇ। ਅੱਛਾ, ਇੰਸ਼ੋਰੈਂਸ ਲਈ ਅਸੀਂ ਪ੍ਰੀਮੀਅਮ ਦੇਈ ਜਾ ਰਹੇ ਹਾਂ ਪਰ ਜਦੋਂ ਜ਼ਰੂਰਤ ਪਈ ਹੈ ਇੰਸ਼ੋਰੈਂਸ ਦੀ, ਜਦੋਂ ਅਸੀਂ ਮਨੀ ਵਿਡਰਾਅ ਕਰਨੀ ਹੈ ਕਿ ਹੁਣ ਵਾਕਈ ਸਾਨੂੰ ਕਲੇਮ ਦੀ ਜ਼ਰੂਰਤ ਪੈ ਗਈ ਤਾਂ ਉਸ ਵੇਲੇ ਹੋ ਸਕਦਾ ਹੈ ਕਿ ਸਾਡੀ ਜ਼ਰੂਰਤ ਨਾ ਪੂਰੀ ਹੋ ਰਹੀ ਹੋਵੇ। ਇਸ ਤੋਂ ਇਲਾਵਾ ਅਸੀਂ ਕਈ ਵਾਰ ਸੋਚਦੇ ਹਾਂ ਕਿ ਇੰਸ਼ੋਰੈਂਸ ਜਦੋਂ ਲੈਣੀ ਹੈ ਤਾਂ ਕੀ ਅਸੀਂ ਕਿਸੇ ਬ੍ਰੋਕਰ ਕੋਲ ਜਾਈਏ ਜਾਂ ਅਸੀਂ ਬੈਂਕ ਕੋਲ ਜਾਈਏ। ਔਰ ਬਹੁਤ ਵਾਰ ਐਸਾ ਵੀ ਹੁੰਦਾ ਹੈ, ਵੈਸੇ ਮੈਂ ਖੁਦ ਜ਼ਾਤੀ ਤੌਰ 'ਤੇ ਵੀ ਇਹਨੂੰ ਦੇਖਦਾ ਹੈਗਾ ਕਿ ਕਈ ਵਾਰ ਜਦੋਂ ਅਸੀਂ ਕਾਲ ਕਰਦੇ ਹਾਂ ਤਾਂ ਫਿਰ ਕਈ ਵਾਰ ਸਾਨੂੰ ਪ੍ਰੋਪਰ ਟਾਈਮਲੀ ਰਿਸਪੌਂਸ ਵੀ ਨਹੀਂ ਮਿਲਦਾ। ਸੋ ਇਹ ਸਾਰੀਆਂ ਚੀਜ਼ਾਂ ਦਾ ਹੱਲ ਕਰਨ ਲਈ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਰਵਿੰਦਰ ਜੱਸੂ ਸਾਹਿਬ। ਇਹਨਾਂ ਦੇ ਨਾਲ ਜੇ ਅਸੀਂ ਗੱਲਬਾਤ ਕਰਦੇ ਹਾਂ, ਬਹੁਤ ਲੰਬੇ ਸਮੇਂ ਦਾ ਇਹਨਾਂ ਨੂੰ ਤਜਰਬਾ ਵੀ ਹੈਗਾ, ਸੋ ਇਹਨਾਂ ਦੇ ਐਕਸਪੀਰੀਅੰਸ ਦਾ ਫਾਇਦਾ ਲੈਂਦੇ ਹਾਂ। ਰਵਿੰਦਰ ਜੱਸੂ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਤੇ ਰੇਡੀਓ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਵੈਲਕਮ ਸਰ। ਥੈਂਕ ਯੂ ਜੋਧੂ ਜੀ। ਸਭ ਤੋਂ ਪਹਿਲਾਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਰਵਿੰਦਰ ਜੱਸੂ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਬਹੁਤ ਸਾਰੇ ਲੋਕ ਕਹਿੰਦੇ ਜੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ, ਸੋ ਕਿਉਂ ਸਾਨੂੰ ਇੰਸ਼ੋਰੈਂਸ ਬਾਏ ਕਰਨੀ ਚਾਹੀਦੀ ਹੈ ਕੈਨੇਡਾ 'ਚ? ਦੇਖੋ ਜੀ, ਨਾਰਮਲੀ ਆਪਾਂ ਇਹ ਸੋਚਦੇ ਹੈਗੇ ਆ ਕਿ ਸਾਨੂੰ ਇੰਸ਼ੋਰੈਂਸ ਜਿਹੜੀ ਲੈਣੀ ਚਾਹੀਦੀ ਹੈਗੀ ਆ ਉਹ ਜਸਟ ਫॉर ਮੌਰਗੇਜ ਨੂੰ ਪ੍ਰੋਟੈਕਟ ਕਰਨ ਲਈ ਜਾਂ ਕੋਈ ਲੋਨ ਲੈ ਲਿਆ ਉਹਦੇ ਵਾਸਤੇ ਪ੍ਰੋਟੈਕਟ ਕਰਨ ਲਈ ਸਾਨੂੰ ਚਾਹੀਦੀ ਹੈਗੀ ਆ। ਪਰ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਬੇਸਿਕ ਜਿਹਾ ਕੁਐਸਚਨ ਹੈਗਾ, ਬੇਸਿਕ ਜਿਹਾ ਆਨਸਰ ਤੁਹਾਨੂੰ ਦੇ ਦਾਂਗੇ ਕਿ ਨਾਰਮਲੀ ਸਾਡੀ ਲਾਈਫ ਦੇ ਵਿੱਚ 3 ਮੇਜਰ ਪ੍ਰੋਬਲਮ ਫੇਸ ਕਰਦੇ ਹਾਂ ਅਸੀਂ। ਪਹਿਲੀ ਪ੍ਰੋਬਲਮ ਇਹ ਹੈਗੀ ਆ ਕਿ ਅਸੀਂ ਬਹੁਤ ਲੰਬਾ ਜੀਨੇ ਆ, ਠੀਕ ਆ। ਸਾਡੇ ਪੇਰੈਂਟਸ, ਸਾਡੇ ਗ੍ਰੈਂਡ ਪੇਰੈਂਟਸ 85 ਤੱਕ ਵੀ ਉਹਨਾਂ ਦੀ ਏਜ ਹੁੰਦੀ ਆ ਜਾਂ 90 ਤੱਕ ਏਜ ਹੋ ਜਾਂਦੀ ਹੈਗੀ ਆ, ਠੀਕ ਆ। ਦੂਜੀ ਪ੍ਰੋਬਲਮ ਅਸੀਂ ਇਹ ਫੇਸ ਕਰਦੇ ਹਾਂ ਕਿ ਬੰਦਾ ਪ੍ਰੀ ਮੈਚੁਰ ਡੈਥ ਹੋ ਜਾਏ, ਬੰਦੇ ਦੀ ਡੈਥ ਹੋ ਜਾਏ ਜਲਦੀ, ਪ੍ਰੀ ਮੈਚੁਰ ਡੈਥ ਹੋ ਕੇ ਡਾਈ ਸੂਨ ਹੋ ਗਿਆ। ਤੀਜਾ ਬੰਦੇ ਦੀ ਇਹ ਹੋ ਜਾਂਦਾ ਕਿ ਜੇ ਅਸੀਂ ਚਲੋ ਬੰਦਾ ਲੰਬਾ ਵੀ ਜੀ ਗਿਆ, ਡੈਥ ਵੀ ਜਲਦੀ ਹੋ ਗਈ, ਜਾਂ ਬੰਦਾ ਡਿਸੇਬਲ ਹੋ ਗਿਆ, ਜਾਂ ਬੰਦਾ ਸਿਕਨੈਸ ਇੱਦਾਂ ਦੀ ਹੋ ਗਈ ਕਿ ਬੰਦਾ ਕੰਮ ਹੀ ਨਾ ਕਰ ਪਾਇਆ। ਠੀਕ ਹੈ। ਹੁਣ ਅਸੀਂ ਜੇ ਇਹਨਾਂ ਸਾਰੇ ਸਿਨੈਰੀਓ ਨੂੰ ਰਿਵਿਊ ਕਰੀਏ ਤਾਂ ਆਪਾਂ 1 ਬਾਈ 1 ਚੱਲਦੇ। ਪਹਿਲਾਂ ਆਪਾਂ ਪ੍ਰੀ ਮੈਚੁਰ ਸੈਕੰਡ ਤੋਂ ਸਟਾਰਟ ਕਰ ਦਿੰਦੇ ਹੈਗੇ। ਠੀਕ ਹੈ। ਹੁਣ ਦੇਖੋ, ਹਸਬੈਂਡ ਐਂਡ ਵਾਈਫ ਅਸੀਂ ਦੋਨੋਂ ਜਿਹੜੇ ਹੈਗੇ ਆ ਉਹ ਅਸੀਂ ਇਨਕਮ ਅਰਨਰ ਹੈਗੇ ਇੱਥੇ ਕੈਨੇਡਾ ਦੇ ਵਿੱਚ, ਇਹ ਸਰਵਾਈਵ ਨਹੀਂ ਕਰ ਪਾਉਂਦੇ, ਠੀਕ ਹੈ। ਹੁਣ ਹਸਬੈਂਡ ਐਂਡ ਵਾਈਫ ਦੋਨੋਂ ਇਨਕਮ ਅਰਨਰ ਹੈਗੇ ਆ, ਦੋਨਾਂ ਦੇ ਵਿੱਚੋਂ ਇਨਕਮ ਜਨਰੇਟਰ ਹੈਗੇ ਜੀ। ਇੱਕ ਜਨਰੇਟਰ ਜਿਹੜਾ ਡੈਮੇਜ ਹੋ ਗਿਆ, ਇੱਕ ਜਨਰੇਟਰ ਜਿਹੜਾ ਆ ਉਹ ਖਤਮ ਹੋ ਗਿਆ ਤਾਂ ਦੂਜੇ ਤੇ ਬਰਡਨ ਆ ਗਿਆ। ਤਾਂ ਦੂਜੇ ਤੇ ਬਰਡਨ ਆ ਗਿਆ, ਦੂਜਾ ਕੀ ਕਰੇਗਾ? ਉਹ ਵਿਚਾਰਾ ਜਾਂ ਤਾਂ ਆਪਣਾ ਕੰਮ ਕਰੇਗਾ ਕਿ ਆਪਣੇ ਬੱਚੇ ਦੇਖੇਗਾ ਜਾਂ ਮੌਰਗੇਜ ਪੇ ਕਰੇਗਾ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਸਾਨੂੰ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਕਿਸ ਵਿੰਡੋ ਥਾਣੀ ਫੂਡ ਆਊਗਾ, ਕਿਸ ਵਿੰਡੋ ਥਾਣੀ ਸਾਡੀ ਮੌਰਗੇਜ ਪੇ ਹੋਊਗੀ, ਇਹ ਸਾਰਾ ਸਿਨੈਰੀਓ ਉਸ ਕੇਸ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਕੱਲ੍ਹ ਨੂੰ ਮੇਰੀ ਪ੍ਰੀ ਮੈਚੁਰ ਡੈਥ ਹੋ ਗਈ ਤਾਂ ਉਸ ਕੇਸ ਦੇ ਵਿੱਚ ਮੈਂ ਪ੍ਰੋਟੈਕਟ ਕਰਨਾ, ਕਿੱਦਾਂ ਪ੍ਰੋਟੈਕਟ ਕਰਨਾ, ਕੀ ਮੇਰੇ ਕੋਲ ਐਨਫ ਸੇਵਿੰਗਸ ਹੈਗੀਆਂ, ਜੇ ਐਨਫ ਸੇਵਿੰਗਸ ਕਿੰਨੀਆਂ ਸੇਵਿੰਗਸ ਹੈਗੀਆਂ, ਕਿ ਮੇਰੇ ਕੋਲ $1 ਮਿਲੀਅਨ ਹੈਗਾ, ਕਿ ਮੇਰੇ ਕੋਲ $5 ਲੱਖ ਹੈਗਾ। ਸੇਵਿੰਗਸ ਹੋਣੀਆਂ ਬੜੀਆਂ ਜ਼ਰੂਰੀ। ਕੀ ਮੇਰੇ ਤੋਂ ਇਨਵੈਸਟਮੈਂਟਸ ਇੰਨੀਆਂ ਹੈਗੀਆਂ, ਇਨਵੈਸਟਮੈਂਟਸ ਵੀ ਜੇ ਉਸ ਵੇਲੇ ਜਦੋਂ ਉਹਨੂੰ ਇਹ ਚੀਜ਼ ਹੋ ਗਈ ਕਿ ਇਨਵੈਸਟਮੈਂਟ ਜਿਹੜੀ ਆ ਉਸ ਵੇਲੇ ਉਹ ਉਹਨੇ ਪੈਸੇ ਦੇ ਸਕਦੀ ਉਹਨੂੰ ਕਿ ਨਹੀਂ ਦੇ ਸਕਦੀ। ਇਨਵੈਸਟਮੈਂਟ ਦਾ ਮਾਰਕੀਟ ਡਾਊਨ ਹੋ ਗਈ, ਫਿਰ ਉਸ ਵੇਲੇ ਕੀ ਕਰੇਗਾ, ਠੀਕ ਆ। ਇਹ ਸੈਕੰਡ ਸਨ। ਇਸ ਕੇਸ ਦੇ ਵਿੱਚ ਇੰਸ਼ੋਰੈਂਸ ਇੱਕ ਤੀਜਾ ਕੰਪੋਨੈਂਟ ਹੋ ਜਾਂਦਾ ਜਿਹੜਾ ਤੁਹਾਨੂੰ ਉਸ ਵੇਲੇ ਪ੍ਰੋਟੈਕਟ ਕਰਦਾ। ਤੁਸੀਂ ਮੰਥਲੀ ਥੋੜ੍ਹੇ ਪੈਸੇ ਦਿੰਦੇ ਹੈਗੇ ਆ, ਉਸ ਕੇਸ ਦੇ ਵਿੱਚ ਪ੍ਰੀ ਮੈਚੁਰ ਡੈਥ ਦੇ ਵਿੱਚ ਤੁਹਾਡੀ ਫੈਮਿਲੀ ਜਿਹੜੀ ਪ੍ਰੋਟੈਕਟ ਹੋ ਜਾਂਦੀ ਹੈਗੀ ਆ। ਦੂਜੀ ਜਿਹੜੀ ਮੇਜਰ ਪ੍ਰੋਬਲਮ ਹੈਗੀ ਆ, ਚਲੋ ਇਨਕਮ ਜਨਰੇਟਰ ਦੋਨੋਂ ਹੈਗੇ ਆ,
ਪਹਿਲਾ ਤਾਂ ਸੀਗਾ ਕਿ ਇੱਕ ਵਿੱਚੋਂ ਖਤਮ ਹੋ ਗਿਆ, ਦੂਜਾ ਇਹ ਹੋ ਗਿਆ ਕਿ ਦੋਨਾਂ ਦੇ ਵਿੱਚੋਂ ਖਤਮ ਕੋਈ ਨਹੀਂ ਹੋਇਆ, ਪਰ ਮੈਨੂੰ ਇਲਨੈਸ ਹੀ ਇਦਾਂ ਦੀ ਲੱਗ ਗਈ ਕਿ ਮੈਂ ਉਸ ਇਲਨੈਸ ਦੇ ਵਿੱਚ ਮੇਰਾ ਜਿਹੜਾ ਸਪਾਊਸ ਆ ਉਹ ਮੇਰੀ ਟੇਕ ਕੇਅਰ ਕਰਨ ਲੱਗ ਪਿਆ। ਠੀਕ ਹੈ, ਮੈਨੂੰ ਕੋਈ ਹਾਰਟ ਸਟ੍ਰੋਕ ਹੋ ਗਿਆ ਜਾਂ ਬਾਈਪਾਸ ਸਰਜਰੀ ਹੋ ਗਈ, ਮੈਨੂੰ 6 ਮਹੀਨੇ ਲਈ ਆਊਟ ਆਫ ਟਰੈਕ ਚਲਾ ਗਿਆ। 6 ਮਹੀਨੇ ਬਾਅਦ ਮੈਨੂੰ ਇੱਕ ਬੰਦੇ ਨੂੰ ਕੈਂਸਰ ਹੋ ਗਿਆ, ਬਹੁਤ ਸਾਰੇ ਕੇਸ ਜਿਵੇਂ ਕੈਂਸਰ ਹੋ ਜਾਂਦਾ ਹੈਗਾ। ਚਲੋ ਹੋਰ ਨਹੀਂ ਕੁਝ ਵੀ ਹੋਇਆ, ਬੰਦਾ ਵੈਸੇ 401 ਤੇ ਜਾਂਦਾ, ਐਕਸੀਡੈਂਟ ਹੋ ਗਿਆ, ਬੰਦੇ ਦੀ ਲੱਤ ਟੁੱਟ ਗਈ, ਕੁਝ ਇਦਾਂ ਦਾ ਫ੍ਰੈਕਚਰ ਆ ਗਿਆ, ਉਹ ਬੰਦਾ 6 ਮਹੀਨੇ ਸਾਲ ਵਾਸਤੇ ਵੈਸੇ ਆਪਣੇ ਕੰਮ ਤੋਂ ਦੂਰ ਚਲਾ ਗਿਆ। ਉਸ ਕੇਸ ਦੇ ਵਿੱਚ ਜੇ ਬੰਦਾ ਬਾਹਰ ਚਲਾ ਗਿਆ ਤਾਂ ਉਸ ਵੇਲੇ ਮੇਰੇ ਪੈਸੇ ਖਰਚਾ ਕਿੱਥੋਂ ਆਊਗਾ? ਜਿਹੜਾ ਸੈਕੰਡ ਸਪਾਊਸ ਆ ਉਹ ਤਾਂ ਵਿਚਾਰਾ ਫੇਰ ਉਹੀ ਸਿਨੈਰੀਓ ਹੋ ਗਿਆ। ਉਹ ਬੱਚਿਆਂ ਨੂੰ ਦੇਖੋ ਉਲਟਾ, ਹੁਣ ਉਹਦਾ ਸਪਾਊਸ ਜਿਹੜਾ ਫਸਟ ਸਪਾਊਸ ਹੈਗਾ ਉਹਦੀ ਵੀ ਟੇਕ ਕੇਅਰ ਕਰਨੀ ਆ, ਠੀਕ ਹੈ, ਮੌਰਗੇਜ ਵੀ ਦੇਣੀ ਹੈਗੀ ਆ, ਉਹ 'ਤੇ ਬਰਡਨ ਪੈ ਗਿਆ। ਉਸ ਕੇਸ ਦੇ ਵਿੱਚ ਕੀ ਕਰੂਗਾ? ਸਿਨੈਰੀਓ ਫੇਰ ਆ ਗਿਆ ਕਿ ਮੈਂ ਜਾਂ ਇਨਵੈਸਟਮੈਂਟ ਇੰਨੀ ਹੋਵੇ ਜਾਂ ਸੇਵਿੰਗਸ ਇੰਨੀ ਹੋਵੇ। ਉਸ ਕੇਸ ਦੇ ਵਿੱਚ ਵੀ ਇੰਸ਼ੋਰੈਂਸ ਇੱਕ ਸੈਕੰਡ ਫੈਕਟਰ ਇਦਾਂ ਦਾ ਹੁੰਦਾ ਕਿ ਜਿਹੜਾ ਤੁਹਾਨੂੰ ਪ੍ਰੋਟੈਕਟ ਕਰ ਦਿੰਦਾ। ਹੁਣ ਕਈ ਵਾਰੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਸਾਨੂੰ ਕਈ ਲੋਕ ਕਹਿ ਦਿੰਦੇ ਜੀ ਤੁਸੀਂ ਬੰਦੇ ਨੂੰ ਡਰਾ ਦਿੰਦੇ ਆ, ਬੰਦਾ ਮਰ ਗਿਆ, ਪ੍ਰੀਮੈਚੁਰ ਡੈਥ ਹੋ ਗਈ, ਬੰਦੇ ਨੂੰ ਬਿਮਾਰ ਹੋ ਗਿਆ, ਅਸੀਂ ਸਾਡੀ ਫੈਮਿਲੀ ਤਾਂ ਬੜੀ ਲੰਬੀ ਜਿੰਦੀ ਹੈਗੀ ਆ, ਤਾਂ ਵਾਈ ਨਾਟ, ਜੇ ਮੈਂ ਤਾਂ ਸਾਡੀ ਫੈਮਿਲੀ 85-90 ਤੱਕ ਜਾਂਦੀ ਆ, ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ? ਮੈਂ ਤਾਂ ਬੜਾ ਲੰਬਾ ਜੀਣਾ। ਠੀਕ ਆ, ਬੜਾ ਲੰਬਾ ਜੀਣਾ ਬਹੁਤ ਵਧੀਆ ਹੈਗਾ, ਅਸੀਂ ਚਾਹੁੰਦੇ ਬੰਦਾ ਲੰਬਾ ਜੀਵੇ। ਹੁਣ ਤਾਂ ਅਸੀਂ ਇਹ ਸੋਚਦੇ ਕਿ 65 ਸਾਲਾਂ ਤੋਂ 85 ਸਾਲ ਦੇ ਵਿੱਚ ਸਾਡੀ ਕੀ ਪਲੈਨਿੰਗ ਆ। ਹੁਣ ਅਸੀਂ ਦੇਖੋ, ਮੈਨੂੰ ਕੈਨੇਡਾ ਆਇਆ ਮੈਂ ਤਕਰੀਬਨ ਮੈਨੂੰ 15-16 ਸਾਲ ਹੋ ਗਏ। 15-16 ਸਾਲਾਂ ਦੇ ਵਿੱਚ ਮੈਂ ਕੀ ਕੀਤਾ? ਪੈਸੇ ਸੇਵ ਕੀਤੇ, ਹਾਊਸ ਲੈ ਲਿਆ, ਮਕਾਨ ਲੈ ਲਿਆ, ਸਪੈਂਡ ਕਰਤੇ। ਪੈਸੇ ਸੇਵ ਕੀਤੇ, ਮੈਂ ਗੱਡੀ ਲੈ ਲਈ, ਸਪੈਂਡ ਕਰ ਲੈ। ਪੈਸੇ ਸੇਵ ਕੀਤੇ, ਬੱਚੇ ਨੂੰ ਯੂਨੀਵਰਸਿਟੀ ਜਾਣਾ, ਸਪੈਂਡ ਕਰਤੇ। ਪੈਸੇ ਸੇਵ ਕੀਤੇ, ਬਾਅਦ 'ਚ ਬੱਚਿਆਂ ਦੀ ਮੈਰਿਜ ਹੋ ਗਈ ਤੇ ਸਪੈਂਡ ਕਰਤੇ। ਸੇਵ ਸਪੈਂਡ ਸਰਕਲ ਚੱਲ ਗਿਆ। ਜੇ ਸਰਕਲ ਸੇਵ ਸਪੈਂਡ ਦਾ ਚੱਲ ਗਿਆ ਤਾਂ 65 ਸਾਲਾਂ ਤੇ ਜਾ ਕੇ 65 ਤੇ ਜਾ ਕੇ ਪੈਸਾ ਕਿੱਥੋਂ ਆਊ? ਉਸ ਵੇਲੇ ਜਾ ਕੇ ਮੈਂ ਤਾਂ ਕੋਈ ਇਨਵੈਸਟਮੈਂਟ ਨਹੀਂ ਕੀਤੀ। ਮੈਂ ਜਾਂ ਤਾਂ ਉਸ ਵੇਲੇ 60-65 ਤੇ ਜਾ ਕੇ ਕੋਈ ਇਨਵੈਸਟਮੈਂਟ ਦੇਖਾਂ, ਜਾਂ ਫਿਰ ਮੈਂ ਉਹ ਇਨਵੈਸਟਮੈਂਟ ਜਿਹੜੀ ਆ ਉਹ ਇੱਕਦਮ ਉਹ ਇਨਵੈਸਟਮੈਂਟ ਨੂੰ ਘੱਟੋ ਘੱਟ 20 ਸਾਲ ਚਾਹੀਦੇ ਹੈਗੇ ਆ ਉਹਨੂੰ, 20-25 ਸਾਲ ਉਹਨੂੰ ਇਨਵੈਸਟ ਹੋਣ ਵਾਸਤੇ, ਉਹਨੂੰ ਗਰੋ ਕਰਨ ਵਾਸਤੇ। ਵਾਈ ਨੋਟ ਅਸੀਂ ਇੱਦਾਂ ਦਾ ਕੋਈ ਪਲਾਨ ਲਿਆ ਜਾਵੇ ਕਿ ਜਿਹਦੇ ਵਿੱਚ ਸਾਡੀ ਲਾਈਫ ਵੀ ਹੋਵੇ ਕਵਰ, ਸਾਡੀ ਪ੍ਰੀਮੈਚੁਰ ਡੈਥ ਵੀ ਕਵਰ ਕੀਤੀ ਜਾਵੇ, ਸਾਨੂੰ ਸਿਕਨੈਸ ਵੀ ਹੋਵੇ, ਸਾਡਾ ਉਹ ਵੀ ਕਵਰ ਕੀਤਾ ਜਾਵੇ। ਜੇ ਮੈਨੂੰ ਕੁਝ ਨਾ ਹੋਵੇ ਤਾਂ ਮੈਂ ਉਹ ਜਿਹੜੇ ਪੈਸੇ ਆ ਉਹ ਲੈ ਲਵਾਂ, ਮੈਂ ਉਹਨਾਂ ਦੇ ਨਾਲ ਕੋਈ ਇਨਵੈਸਟਮੈਂਟ ਇੱਦਾਂ ਦੀ ਹੋਵੇ ਕਿ ਮੇਰੀ ਗਾਂ ਰਿਟਾਇਰਮੈਂਟ ਵੀ ਕਵਰ ਕੀਤੀ ਜਾ ਸਕੇ। ਤਾਂ ਫਿਰ ਇਹਦੇ ਇੰਸ਼ੋਰੈਂਸ ਦੇ ਪਲਾਨ ਦੀ ਗੱਲ ਅਸੀਂ ਬਾਅਦ 'ਚ ਕਰਦੇ ਹਾਂ। ਅਸੀਂ ਪਹਿਲਾਂ ਇਹ ਦੇਖਦੇ ਹਾਂ ਕਿ ਬੰਦੇ ਦੀ ਨੀਡਸ ਕੀ ਹੈਗੀ ਆ, ਕਿ ਉਹ ਬੰਦੇ ਨੂੰ ਕੀ ਉਹ ਤਿੰਨੋਂ ਚੀਜ਼ਾਂ ਉਹਨੂੰ ਕਵਰ ਕਰਦਾ ਹੈਗਾ, ਕਿ ਉਹਨੂੰ ਪ੍ਰੀਮੈਚੁਰ ਤੇ ਵੀ ਕਵਰ ਕਰੇ, ਉਹਨੂੰ ਸਿਕਨੈਸ ਦੇ ਉੱਤੇ ਵੀ ਕਵਰ ਕਰੇ ਤੇ ਉਹਨੂੰ ਲੰਬੀ ਜ਼ਿੰਦਗੀ ਵਾਸਤੇ ਵੀ ਕਵਰ ਕਰੇ। ਇਸ ਕਰਕੇ ਇੰਸ਼ੋਰੈਂਸ ਲੈਣੀ ਬੜੀ ਜ਼ਰੂਰੀ ਹੈਗੀ ਆ। ਇਹ ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ ਹੈਗਾ। ਠੀਕ ਹੈ, ਇਹ ਦੇਖੋ ਤਿੰਨੇ ਸਿਨੈਰੀਓਸ ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤੇ ਆ ਕਿ ਜੇ ਰੱਬ ਨਾ ਕਰੇ ਕਿਸੇ ਦੀ ਅਨਟਾਈਮਲੀ ਡੈਥ ਹੋ ਜਾਏ ਉਹਦੇ ਵਾਸਤੇ ਵੀ ਇੰਸ਼ੋਰੈਂਸ ਜ਼ਰੂਰੀ ਹੈ, ਔਰ ਜੇ ਰੱਬ ਨਾ ਕਰੇ ਕਿ ਡੈਥ ਨਹੀਂ ਹੋਈ, ਤੁਸੀਂ ਸਰਵਾਈਵ ਕਰ ਗਏ ਹੋ, ਕਿਉਂਕਿ ਇਹ ਪਤਾ ਨਹੀਂ ਕਿ ਤੁਸੀਂ ਮਹੀਨਾ 2 ਮਹੀਨੇ 6 ਮਹੀਨੇ ਸਾਲ 2 ਸਾਲ 5 ਸਾਲ ਕਦੋਂ ਤੁਸੀਂ ਵਾਪਸ ਕੰਮ ਦੇ ਉੱਤੇ ਵਾਪਸ ਆਉਣਾ ਹੈਗਾ। ਸੋ ਉਹਦੇ ਲਈ ਵੀ ਇੰਸ਼ੋਰੈਂਸ ਬੜੀ ਜ਼ਰੂਰੀ ਹੈ ਜੇ ਡਿਸੇਬਿਲਿਟੀ ਹੋ ਜਾਏ। ਔਰ ਤੀਸਰਾ ਬੜਾ ਵਧੀਆ ਐਕਸਪਲੇਨ ਕੀਤਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਸਾਡੀ ਐਵਰੇਜ ਲਾਈਫ ਹੈ, ਵੈਸੇ ਤਾਂ ਹੁਣ ਇੰਡੀਆ 'ਚ ਵੀ ਐਵਰੇਜ ਲਾਈਫ ਬੜੀ ਜ਼ਿਆਦਾ ਹੋਣ ਲੱਗ ਪਈ, ਪਰ ਕੈਨੇਡਾ ਦੇ ਵਿੱਚ ਤੇ ਐਵਰੇਜ ਲਾਈਫ ਜੇ ਅਸੀਂ ਮੋਟੇ ਤੌਰ ਤੇ ਗਿਣ ਕੇ ਚੱਲੀਏ ਤਾਂ ਅਰਾਊਂਡ 80 ਹੈ, ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ 85, 90 ਈਵਨ 100 ਤੱਕ ਵੀ ਟੱਚ ਕਰਦੇ ਨੇ। ਸਾਡੇ ਆਪਣੀ ਕਮਿਊਨਿਟੀ 'ਚ ਮੈਂ ਕਈ ਵਾਰੀ ਦੇਖਦਾ 100 ਸਾਲ ਦੇ 100th ਬਰਥਡੇ ਹੈ ਜੀ ਸਾਡੇ ਘਰ ਦੇ ਵਿੱਚ ਮਨਾਉਂਦੇ ਨੇ। ਸੋ ਉਹ ਜਿਹੜੀ 65 ਤੋਂ ਬਾਅਦ ਰਿਟਾਇਰਮੈਂਟ ਹੋਣ ਤੋਂ ਬਾਅਦ ਤੁਸੀਂ ਜੇ ਐਵਰੇਜ 85 ਤੱਕ ਵੀ ਲਾ ਕੇ ਚੱਲੋ ਤਾਂ ਜਿਹੜੇ 20 ਸਾਲ ਹੋਰ ਜੀਣੇ ਆ ਤਾਂ ਉਹਦੀ ਪਲੈਨਿੰਗ ਕਿਸ ਤਰ੍ਹਾਂ ਕਰਨੀ। ਇਹਨਾਂ ਤਿੰਨਾਂ ਚੀਜ਼ਾਂ ਵਾਸਤੇ ਸਕਰੀਨ ਦੇ ਉੱਤੇ ਰਵਿੰਦਰ ਜੱਸੂ ਸਾਹਿਬ ਦਾ ਨੰਬਰ ਆ ਰਿਹਾ। ਜੇ ਤੁਹਾਨੂੰ ਲੱਗਦਾ ਹੈ ਕਿ ਜੀ ਕੋਈ ਤੁਸੀਂ ਸਲਾਹ ਕਰਨੀ ਹੈ, ਸਲਾਹ ਮਸ਼ਵਰਾ ਕਰਨਾ ਹੈ, ਤਾਂ ਸਕਰੀਨ ਦੇ ਉੱਤੇ ਨੰਬਰ ਆ ਰਿਹਾ, ਰਵਿੰਦਰ ਜੱਸੂ ਸਾਹਿਬ ਦੇ ਨਾਲ ਸੰਪਰਕ ਕਰ ਲਓ। ਸੋ ਮੁਲਾਕਾਤ ਕਰਨ ਦੀ ਕੋਈ ਫੀਸ ਨਹੀਂ ਹੈ। ਅਗਲਾ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਇੰਸ਼ੋਰੈਂਸ ਜਿਹੜੀ ਹੈ ਚਾਹੀਦੀ ਕਿੰਨੀ ਹੈਗੀ ਹੈ, ਕਿਉਂਕਿ ਜੇ ਵੱਧ ਲੈ ਲਈ ਤਾਂ ਵੀ ਨੁਕਸਾਨ ਹੈ, ਘੱਟ ਲੈ ਲਈ ਤਾਂ ਵੀ ਨੁਕਸਾਨ ਹੈ। ਕੋਈ ਐਸਾ ਕੋਈ ਗੇਜ ਕੀ ਮਾਪਦੰਡ ਤੁਸੀਂ ਦੱਸੋ ਸਰ। ਦੇਖੋ ਜੀ, ਵੱਧ ਘੱਟ ਨਾਲੋਂ ਇੱਕ ਸਿੰਪਲ ਜਿਹਾ ਹੈਗਾ ਕਿ ਹਰ ਇੱਕ ਦੀ ਨੀਡ ਆਪਣੀ ਹੈਗੀ ਆ। ਅੱਛਾ, ਹਰ ਇੱਕ ਦੀ ਨੀਡ ਆਪਣੀ ਹੈਗੀ ਆ। ਤੁਸੀਂ ਦੇਖੋ ਲਾਈਫ ਦਾ ਪੂਰਾ ਮੈਂ ਪੂਰਾ ਖੋਲ ਕੇ ਦਾਂ। ਲਾਈਫ ਦਾ L ਦਾ ਮਤਲਬ ਕੀ ਹੈਗਾ? ਲੋਨਸ। ਠੀਕ ਹੈ। I ਦਾ ਮਤਲਬ ਹੈਗਾ ਇਨਕਮ ਰਿਪਲੇਸਮੈਂਟ। ਠੀਕ ਹੈ। F ਦਾ ਮਤਲਬ ਹੈਗਾ ਤੁਹਾਡਾ ਫਾਈਨਲ ਐਕਸਪੈਂਸਿਸ। ਠੀਕ ਹੈ। ਤੇ E ਦਾ ਮਤਲਬ ਹੈਗਾ ਐਜੂਕੇਸ਼ਨ। ਠੀਕ ਹੈ। ਮੇਰੇ ਕੋਲ ਲੋਨ ਕਿੰਨੇ ਆ? ਪਹਿਲਾਂ ਤਾਂ ਆਪਾਂ ਇਹ ਦੇਖਣਾ ਹੈਗਾ। ਨਾਰਮਲੀ ਅਸੀਂ ਕਹਿੰਦੇ ਮੇਰਾ ਕੋਈ ਰਿਸ਼ਤੇਦਾਰ ਆ ਗਿਆ, ਉਹ ਮੇਰੀ 5 ਲੱਖ ਦੀ ਇੰਸ਼ੋਰੈਂਸ ਕਰ ਗਿਆ, ਮਿਲੀਅਨ ਦੀ ਕਰ ਲਈ, ਪਰ ਅਸੀਂ ਕਦੀ ਇਹ ਦੇਖਿਆ ਨਹੀਂ, ਫਾਈਨੈਂਸ਼ੀਅਲ ਨੀਡ ਐਨਾਲਿਸਿਸ ਨਹੀਂ ਕੀਤਾ ਕਿ ਮੈਨੂੰ ਚਾਹੀਦੀ ਕਿੰਨੀ ਆ। ਬਿਲਕੁਲ ਠੀਕ ਹੈ ਨਾ। ਹੁਣ ਕਈ ਕਹਿੰਦੇ ਜੇ ਮੈਂ ਕਿਸੇ ਨੂੰ ਪੁੱਛੂੰਗਾ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਆਲਰੇਡੀ ਹੈਗੀ ਆ 5 ਲੱਖ ਦੀ, ਮੈਨੂੰ ਕੀ ਲੋੜ ਆ, ਮੈਂ ਤਾਂ ਆਲਰੇਡੀ ਇੰਸ਼ੋਰੈਂਸ ਲਈ ਹੈਗੀ ਆ। ਅੱਛਾ, ਹੁਣ ਦੇਖੋ L ਦਾ ਮੰਨ ਲਓ ਲੋਨ। ਸਪੋਜ਼ ਕਰੋ ਇੱਕ ਬੰਦੇ ਦੇ ਸਿਰ ਤੇ 5 ਲੱਖ ਦਾ ਲੋਨ ਆ। ਠੀਕ ਹੈ, ਪਹਿਲਾ ਲੋਨ ਹੋ ਗਿਆ 5 ਲੱਖ ਦਾ। ਦੂਜਾ ਉਹ ਹੋ ਗਈ ਤੁਹਾਡੀ ਇੱਕ
ਐਸੈਟਸ ਲੋਨ ਹੋ ਗਿਆ ਉਹਦੇ ਤੇ, ਐਸੈਟ ਨਹੀਂ ਲੋਨ ਹੋ ਗਿਆ। ਦੂਜੀ ਇਨਕਮ ਬੰਦੇ ਦੀ, ਹੁਣ ਕਹਿੰਦੇ ਜੀ ਅਸੀਂ ਮੈਂ ਇਨਕਮ ਕਮਾ ਰਿਹਾ ਹੈਗਾ ਜੀ, ਸਪੋਜ਼ ਚਲੋ ਆਪਾਂ ਲੋਅਰ ਇਨਕਮ ਲੈ ਲੈਂਦੇ 50,000, 50 ਦਾ ਤਕਰੀਬਨ ਸਾਰੇ ਕਮਾਉਂਦੇ ਹੈਗੇ। ਹੁਣ ਕਹਿੰਦਾ ਜੀ 50,000 ਮੈਂ ਕਮਾ ਰਿਹਾ ਹੈਗਾ, ਤਾਂ 50,000 ਜਿਹੜੀ ਇਨਕਮ ਆ ਮੈਨੂੰ ਜੇ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਇਹਨੂੰ ਰਿਪਲੇਸ ਕਿੱਦਾਂ ਕਰਨਾ? ਜੀ ਠੀਕ ਹੈ ਨਾ, ਇਹਦੀ ਰਿਪਲੇਸਮੈਂਟ ਕੀ ਹੈ ਤੇ ਕਿੰਨੇ ਚਿਰ ਵਾਸਤੇ ਰਿਪਲੇਸਮੈਂਟ ਇਹਦੀ ਹੈਗੀ ਆ? ਸਪੋਜ਼ ਕਰੋ ਬੱਚੇ ਛੋਟੇ ਹੈਗੇ ਆ, ਬੱਚਿਆਂ ਯੂਨੀਵਰਸਿਟੀ ਜਾਣਾ 18 ਤੋਂ ਬਾਅਦ, ਐਟਲੀਸਟ 20 ਈਅਰ ਵਾਸਤੇ ਮੈਨੂੰ ਚਾਹੀਦੀ ਹੈਗੀ ਆ। ਬਿਲਕੁਲ 50,000 ਨੂੰ 20 ਨਾਲ ਮਲਟੀਪਲਾਈ ਕੀਤਾ ਤੁਸੀਂ ਕਿੰਨਾ ਆ ਗਿਆ? $1 ਮਿਲੀਅਨ। ਠੀਕ ਹੈ, $1 ਮਿਲੀਅਨ ਇਹ ਹੋ ਗਿਆ, 5 ਲੱਖ ਤੁਹਾਡਾ ਉਹ ਹੋ ਗਿਆ, 15 ਲੱਖ ਤਾਂ ਇਹ ਸਿੱਧਾ ਹੀ ਹੋ ਗਿਆ ਨਾ ਤੁਹਾਡਾ। ਠੀਕ ਹੈ, ਫਾਈਨਲ ਐਕਸਪੈਂਸਿਸ ਦੀ ਗੱਲ ਆ ਗਈ। ਫਾਈਨਲ ਐਕਸਪੈਂਸਿਸ ਦੇ ਵਿੱਚ ਤੁਹਾਡੇ ਨਾਰਮਲੀ ਬੰਦੇ ਦਾ ਫਿਊਨਲ ਜਿਹੜਾ ਆ $10,000 ਤੋਂ ਸ਼ੁਰੂ ਹੋ ਕੇ $40,000-50,000 ਤੱਕ ਹੋ ਜਾਂਦਾ ਹੈਗਾ। ਠੀਕ ਹੈ, ਜੇ ਤੁਸੀਂ ਆਪਣੇ ਫਿਊਨਲ ਤੋਂ ਇਲਾਵਾ ਐਡ ਕਰਨਾ, ਸਟੇਟ ਟੈਕਸੇਜ ਲੱਗਦੇ ਆ ਜਦੋਂ ਬੰਦੇ ਦੀ, ਥੋੜਾ ਜਿਹਾ ਟੈਕਨੀਕਲ ਹੈਗਾ, ਜੇ ਬੰਦੇ ਦੀ ਡੈਥ ਹੋ ਜਾਏ ਤਾਂ ਵਿਦਨ 6 ਮੰਥ ਯੂ ਹੈਵ ਟੂ ਪੇ ਟੈਕਸੇਸ। ਅੱਛਾ, ਸਾਰੇ 6 ਮਹੀਨੇ ਦੇ ਵਿੱਚ ਸੀਆਰਏ ਨੂੰ ਟੈਕਸ ਪੇ ਕਰਨੇ ਆ। ਉਹਦੇ ਵਾਸਤੇ ਪੈਸਾ ਕਿੱਥੋਂ ਆਊਗਾ? ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ, ਅਸੀਂ ਸਾਰਾ ਪੈਸਾ ਰੀਅਲ ਸਟੇਟ ਸਿੱਟੀ ਜਾ ਰਹੇ ਹਾਂ। ਤੇ ਰੀਅਲ ਸਟੇਟ 'ਚ ਗਿਆ ਤਾਂ ਉੱਥੇ ਕੈਪੀਟਲ ਗੇਨ ਟੈਕਸੇਜ ਲੱਗਣੇ, ਜਦੋਂ ਬੰਦੇ ਦੀ ਡੈਥ ਹੋਈ ਤਾਂ ਕੈਪੀਟਲ ਗੇਨ ਟੈਕਸੇਜ ਵਾਸਤੇ ਮੇਰੇ ਤੋਂ ਪੈਸਾ ਕਿੱਥੋਂ ਆਊਗਾ? ਉਹ ਟੈਕਸ ਜਾਂ ਤਾਂ ਮੈਂ ਉਸ ਵੇਲੇ ਉਹਦੀ ਜਿਹੜੀ ਵੈਲਿਊ ਆ ਉਹ ਘਟੂਗੀ, ਜਿਹੜੀ ਰੀਅਲ ਸਟੇਟ ਦੀ ਵੈਲਿਊ ਘਟੂਗੀ। RRSP 'ਚ ਮੇਰੇ ਕੋਲ ਪੈਸਾ ਪਿਆ ਹੈਗਾ, RRSP ਦੇ ਵਿੱਚ ਮੇਰੇ ਕੋਲ $1,00,000 ਪਿਆ, ਉਹ 100% ਜਿਹੜਾ ਆ ਉਹ ਟੈਕਸੇਬਲ ਹੈਗਾ। ਤਾਂ ਉਹਦੇ ਵਾਸਤੇ ਪੈਸਾ ਕਿੱਥੋਂ ਆਊਗਾ? ਉਹ ਵਾਸਤੇ ਟੈਕਸ ਕਿੱਥੋਂ ਪੇ ਕਰੇਗਾ? ਉਹ ਸਾਰਾ ਕੁਝ ਸਿਨੈਰੀਓ ਜਿਹੜਾ ਆ, ਸਪੋਜ਼ ਕਰੋ ਅਸੀਂ ਜਿਹੜਾ ਫਾਈਨਲ ਐਕਸਪੈਂਸ ਦੇ ਵਿੱਚ ਲੈ ਕੇ ਚੱਲੀਏ ਕਿ ਅਸੀਂ $50,000 ਜਾਂ $1,00,000, ਚਲੋ ਐਵਰੇਜ $1,00,000 ਅਸੀਂ ਟੈਕਸੇਜ ਲਾ ਲਿਆ। ਠੀਕ ਹੈ, ਉਸ ਤੋਂ ਬਾਅਦ ਐਜੂਕੇਸ਼ਨ ਆ ਗਏ, ਬੱਚਿਆਂ ਦੀ ਐਜੂਕੇਸ਼ਨ। ਬੱਚੇ ਸਾਡੇ ਛੋਟੇ ਹੈਗੇ ਆ ਤਾਂ ਐਟਲੀਸਟ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਤਕਰੀਬਨ $1,00,000 4 ਸਾਲ ਦੀ ਯੂਨੀਵਰਸਿਟੀ ਦਾ ਖਰਚਾ ਹੁੰਦਾ ਹੈਗਾ ਐਵਰੇਜ। ਤਾਂ ਜੇ ਦੋ ਬੱਚੇ ਹੋਣ ਤਾਂ ਤਕਰੀਬਨ $2,00,000 ਦਾ ਹੋ ਗਿਆ। ਠੀਕ ਹੈ, ਜੇ $2,00,000 ਉਹ ਤੁਸੀਂ ਐਡ ਕਰ ਲਓ, $1,00,000 ਇਹ ਹੋ ਗਿਆ ਤਾਂ 3 ਲੱਖ ਇਹ ਹੋ ਗਿਆ, 15 ਲੱਖ ਪਹਿਲਾਂ ਤਾਂ $18,00,000 ਤਾਂ ਸਾਡਾ ਵੈਸੇ ਹੀ ਹੋ ਗਿਆ। ਇਹ ਤੁਹਾਡੀ ਮਿਨੀਮਮ ਹਿਊਮਨ ਲਾਈਫ ਵੈਲਿਊ ਹੋ ਗਈ। ਠੀਕ ਹੈ, ਇਹ ਮਿਨੀਮਮ ਵੈਲਿਊ ਹੋ ਗਈ। ਹੁਣ ਇਹ ਤੁਹਾਡੇ ਤੇ ਆ ਕਿ ਤੁਸੀਂ 5 ਲੱਖ ਦੀ ਲੈਣੀ ਹੈ, ਕਿ ਤੁਸੀਂ ਮਿਲੀਅਨ ਦੀ ਲੈਣੀ ਹੈ, ਕਿ ਤੁਸੀਂ 1.5 ਮਿਲੀਅਨ ਦੀ ਲੈਣੀ ਹੈ, ਕਿ ਤੁਸੀਂ 18 ਲੱਖ ਦੀ ਲੈਣੀ ਆ। ਉਹਦੇ ਵਾਸਤੇ ਸਾਰਾ ਕੁਝ ਤੁਹਾਡੇ ਡਿਪੈਂਡ ਕਰਦਾ। ਇੱਦਾਂ ਅਸੀਂ ਕੈਲਕੂਲੇਟ ਕਰਕੇ ਉਹਨਾਂ ਨੂੰ ਦੱਸ ਦਿੰਦੇ ਹੈਗੇ ਆ। ਠੀਕ ਹੈ ਜੀ। ਔਰ ਦੂਸਰਾ ਮੈਂ ਚਾਹਾਂਗਾ ਕਿ ਥੋੜੀ ਜਿਹੀ ਕਿਸ ਤਰ੍ਹਾਂ ਦੀ ਅਸੀਂ ਇੰਸ਼ੋਰੈਂਸ ਜਿਹੜੀ ਆ ਉਹ ਲੈ ਸਕਦੇ ਹੈਗੇ ਆ, ਉਹਦੇ ਬਾਰੇ ਵੀ ਥੋੜੀ ਜਾਣਕਾਰੀ ਸ਼ੇਅਰ ਕਰੋ। ਦੇਖੋ, ਇਹੀ ਐਗਜ਼ਾਮਪਲ ਨੂੰ ਆਪਾਂ ਲੈ ਕੇ ਚੱਲਦੇ ਹੈਗੇ ਆ ਕਿ ਜੇ ਬੰਦੇ ਦੇ ਲੋਨਸ ਜਿਹੜੇ ਹੈਗੇ ਆ ਉਹ ਟੈਂਪਰੇਰੀ ਨੀਡਸ ਹੈਗੇ ਆ, ਆਪਾਂ ਸ਼ਾਰਟ ਟਰਮ ਐਂਡ ਲੌਂਗ ਟਰਮ ਦੋਨਾਂ ਨੂੰ ਆਪਾਂ ਲੈ ਕੇ ਚੱਲਣਾ। ਠੀਕ ਆ, ਜਿਹੜੇ ਸਾਡੇ ਲੋਨਸ ਜਿਹੜੇ ਸ਼ਾਰਟ ਟਰਮ ਆ, ਸਪੋਜ਼ ਕਰੋ ਮੈਂ ਮੌਰਗੇਜ ਲਈ ਆ, ਤਾਂ ਮੌਰਗੇਜ ਜਿਹੜੀ ਹੈਗੀ ਆ ਉਹ ਤੁਹਾਡੀ ਤਕਰੀਬਨ 20 ਸਾਲ ਦੀ ਮੋਟਾਈਜੇਸ਼ਨ ਲੈਂਦੇ ਜਾਂ 25 ਦੀ ਮੋਟਾਈਜੇਸ਼ਨ ਲੈਂਦੇ ਹੈਗੇ ਆ। ਠੀਕ ਆ, 20-25 ਸਾਲ ਦੀ। ਇਹਦਾ ਮਤਲਬ ਹੈ ਮੇਰੀ ਟੈਂਪਰੇਰੀ ਨੀਡ ਹੈਗੀ ਆ 20-25 ਸਾਲ ਵਾਸਤੇ। ਠੀਕ ਹੈ, ਉਸ ਤੋਂ ਬਾਅਦ ਬੰਦੇ ਦੀ ਜਿਹੜੀ ਇਨਕਮ ਆ ਰਿਪਲੇਸ ਕਰਨ ਵਾਸਤੇ, ਤਾਂ ਉਹ ਵੀ ਬੰਦਾ ਹੁਣ ਸਾਰੀ ਜ਼ਿੰਦਗੀ ਤਾਂ ਬਿਮਾਰ ਨਹੀਂ ਰਹੂਗਾ। ਤਾਂ ਬੰਦਾ ਜੇ 5-10 ਸਾਲ 20 ਸਾਲ ਵਾਸਤੇ ਬੰਦਾ ਉਹ ਬੰਦਾ ਦੁਬਾਰਾ ਬੈਕ ਟੂ ਟਰੈਕ ਆ ਜਾਏਗਾ। ਰਾਈਟ, ਜੇ 5 ਸਾਲ 10 ਵਾਸਤੇ, ਜੇ ਸਪੋਜ਼ ਕਰੋ 10 ਸਾਲ ਦੇ ਵਾਸਤੇ ਤੁਸੀਂ ਫੈਮਿਲੀ ਨੂੰ ਕਰਨਾ ਜਾਂ 20 ਸਾਲ ਵਾਸਤੇ ਕਰਨਾ, ਤਾਂ ਜੇ ਆਪਾਂ 20 ਦੀ ਪਹਿਲੀ ਐਗਜ਼ਾਮਪਲ ਲਈ ਸੀ ਤਾਂ 20 ਦੇ ਵਾਸਤੇ ਉਹ ਹੋ ਗਈ ਤੁਹਾਡੀ, ਉਹ ਵੀ ਟੈਂਪਰੇਰੀ ਨੀਡ ਹੋ ਗਈ, ਸ਼ਾਰਟ ਟਰਮ ਨੀਡ ਹੋ ਗਈ। ਉਸ ਤੋਂ ਬਾਅਦ ਜਿਹੜੀ ਫਾਈਨਲ ਐਕਸਪੈਂਸ ਪਰਮਾਨੈਂਟ ਨੀਡ ਹੈਗੀ ਆ, ਬੰਦੇ ਨੇ ਕਦੀ ਨਾ ਕਦੀ ਤਾਂ ਜਾਣਾ ਹੀ ਆ ਦੁਨੀਆ ਤੋਂ। ਠੀਕ ਹੈ, ਜਦੋਂ ਵੀ ਬੰਦੇ ਨੇ ਜਾਣਾ ਤਾਂ ਖਰਚੇ ਤਾਂ ਹੋਣੇ ਹੀ ਆ। ਬੰਦੇ ਨੇ ਆਪਣੇ ਜਿਹੜੇ ਸਟੇਟ ਟੈਕਸਿਸ ਵੀ ਲੱਗਣੇ ਆ, ਤਾਂ ਉਹਦੇ ਵਾਸਤੇ ਪੈਸਾ ਕਿੱਥੋਂ ਆਊਗਾ? ਇਹ ਸਾਡੀ ਪਰਮਾਨੈਂਟ ਨੀਡ ਹੋ ਗਈ। ਠੀਕ ਹੈ, ਤਾਂ ਇਹਦਾ ਮਤਲਬ ਜਿਹੜੇ ਐਜੂਕੇਸ਼ਨ ਐਕਸਪੈਂਸ ਉਹ ਵੀ ਸਾਡੀ ਟੈਂਪਰੇਰੀ ਨੀਡ ਹੋ ਗਈ। ਸਾਡੀ ਸ਼ਾਰਟ ਟਰਮ ਨੀਡਸ ਐਂਡ ਲੌਂਗ ਟਰਮ ਨੀਡਸ ਆਪਾਂ ਦੋਨੇ ਹੀ ਦੇਖਣਾ ਹੈਗਾ ਕਿਹੜਾ ਪਲਾਨ ਸਾਡੇ ਵਾਸਤੇ ਬੈਟਰ ਹੈਗਾ। ਆਪਾਂ ਦੋਨਾਂ ਨੂੰ ਕਵਰ ਕਰਨਾ, ਸ਼ਾਰਟ ਟਰਮ ਐਂਡ ਲੌਂਗ ਟਰਮ। ਨਾਰਮਲੀ ਅਸੀਂ ਸ਼ਾਰਟ ਟਰਮ ਨੂੰ ਹੀ ਕਵਰ ਕਰ ਲੈਂਦੇ ਆ, ਲੌਂਗ ਟਰਮ ਵੱਲ ਕੋਈ ਜਾਂਦਾ ਹੀ ਨਹੀਂ। ਤੇ ਲੌਂਗ ਟਰਮ ਦਾ ਵੀ ਆਪਾਂ ਨੂੰ ਦੇਖਣਾ ਬੜਾ ਜ਼ਰੂਰੀ ਹੈਗਾ। ਤੇ ਇਸ ਕਰਕੇ ਜਦੋਂ ਅਸੀਂ ਬਹਿੰਦੇ ਹੈਗੇ ਆ ਬੈਠ ਕੇ, ਅਸੀਂ ਇਹ ਸਾਰਾ ਐਕਸਪਲੇਨ ਕਰਦੇ ਹੈਗੇ ਆ ਕਿ ਲੌਂਗ ਟਰਮ ਐਂਡ ਸ਼ਾਰਟ ਟਰਮ ਨੀਡਸ ਤੁਹਾਡੀਆਂ ਕਿਹੜੀਆਂ ਹੈਗੀਆਂ, ਉਹਨਾਂ ਨੂੰ ਅਸੈਸ ਕੀਤਾ ਜਾਂਦਾ। ਉਹਨਾਂ ਨੂੰ ਅਸੈਸ ਕਰਕੇ ਫਿਰ ਤੁਸੀਂ ਉਹਦੇ ਹਿਸਾਬ ਨਾਲ ਸਾਨੂੰ ਬਜਟ ਦੱਸਣਾ ਕਿ ਸਾਡਾ ਆਹ ਬਜਟ ਹੈਗਾ, ਤੁਸੀਂ ਇਸ ਬਜਟ ਦੇ ਹਿਸਾਬ ਦੇ ਨਾਲ ਸਾਨੂੰ ਪਲਾਨ ਤਿਆਰ ਕਰਕੇ ਦਿਓ। ਸਪੋਜ਼ ਕਰੋ ਬੰਦੇ ਦਾ $100 ਬਜਟ ਆ, $200 ਬਜਟ ਆ, ਅਸੀਂ ਉਹ ਬਜਟ ਦੇ ਹਿਸਾਬ ਦੇ ਨਾਲ ਤੁਹਾਨੂੰ ਪਲਾਨ ਤਿਆਰ ਕਰਕੇ ਦੇ ਦਾਂਗੇ। ਠੀਕ ਹੈ, ਜੇ ਤੁਹਾਡਾ ਉਸ ਬਜਟ ਦੇ ਵਿੱਚ ਨਹੀਂ ਫਿੱਟ ਹੁੰਦਾ, ਕਈ ਵਾਰੀ ਕੀ ਹੁੰਦਾ ਕਿ ਬੰਦਾ ਕਹਿੰਦਾ ਜੀ ਮੇਰੇ ਕੋਲ ਤਾਂ ਆਲਰੇਡੀ ਇੰਸ਼ੋਰੈਂਸ 5 ਲੱਖ ਦੀ ਹੈਗੀ ਆ, ਤਾਂ 18 ਲੱਖ ਤੋਂ 5 ਲੱਖ ਕੱਢ ਲਓ, 13 ਲੱਖ ਰਹਿ ਗਈ। ਇਹਦਾ ਮੰਨ ਲਓ 13 ਲੱਖ ਦੀ ਯੂ ਸਟਿਲ ਨੀਡ ਇਟ। ਤਾਂ ਉਹਦੇ ਵਾਸਤੇ ਅਸੀਂ ਜਦੋਂ ਰਿਵਿਊ ਵਾਸਤੇ ਜਦੋਂ ਤੁਸੀਂ ਕਾਲ ਕਰਦੇ ਜੀ ਮੈਂ ਰਿਵਿਊ ਕਰਨਾ, ਉਹ ਕਹਿੰਦਾ ਜੀ ਮੇਰੇ ਕੋਲ ਆਲਰੇਡੀ ਇੰਸ਼ੋਰੈਂਸ ਹੈਗੀ, ਪਰ ਰਿਵਿਊ ਕਰਨ ਵਾਸਤੇ ਤਿਆਰ ਨਹੀਂ ਹੁੰਦੇ। ਉਹ ਬੰਦਾ ਇਹ ਕਹਿੰਦਾ ਵੀ ਯਾਰ ਇਹਨੇ ਆਉਣਾ, ਇਹਨੇ ਫੇਰ ਆ ਕੇ ਮੇਰੀ ਜਿਹੜੀ ਪਾਲਿਸੀ ਮੇਰੀ ਚੇਂਜ ਹੀ ਨਾ ਕਰਦੇ ਕਿਤੇ। ਬਿਲਕੁਲ ਸਹੀ। ਹਾਂਜੀ, ਇਹ ਕਈ ਵਾਰੀ ਇਹ ਇਸ਼ੂ ਆ ਜਾਂਦਾ। ਇਸ ਕਰਕੇ ਕੋਸ਼ਿਸ਼ ਕਰੋ ਆਪਣੇ ਐਡਵਾਈਜ਼ਰ ਨਾਲ, ਕਿਸੇ ਵੀ ਜਿਹੜਾ ਵੀ ਤੁਹਾਡਾ ਐਡਵਾਈਜ਼ਰ ਜਿੱਤੇ ਤੁਸੀਂ ਟਰਸਟ ਕਰਦੇ ਆ ਉਹਦੇ ਨਾਲ ਜ਼ਰੂਰ ਬੈਠੋ, ਬੈਠ ਕੇ ਆਪਣੀ ਨੀਡ ਐਨਾਲਿਸਿਸ ਕਰੋ, ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਬਜਟ ਦੇ ਅਕੋਰਡਿੰਗਲੀ ਇੰਸ਼ੋਰੈਂਸ ਨੂੰ ਲੈ ਲਓ।
ਇੱਕ ਬੜੀ ਇੰਪੋਰਟੈਂਟ ਚੀਜ਼ ਆ, ਅਸੀਂ ਕਈ ਵਾਰ ਜਦੋਂ ਇੰਸ਼ੋਰੈਂਸ ਦੀ ਪਾਲਿਸੀ ਬਾਏ ਕਰਦੇ ਨੇ ਅਸੀਂ ਕਹਿੰਦੇ ਜੀ ਹਾਂਜੀ ਦੱਸੋ ਕਿਸ਼ਤ ਕਿੰਨੀ ਹੈ, ਹਾਂਜੀ ਅਸੀਂ ਰੇਟ ਵੱਲ ਦੇਖ ਲੈਂਦੇ ਆ, ਹਾਂਜੀ ਠੀਕ ਹੈ ਨਹੀਂ। ਜ਼ਾਹਿਰ ਜੀ ਗੱਲ ਹੈ ਕਿ ਜੇ ਅਸੀਂ ਪਾਲਿਸੀ ਵਧੀਆ ਲਵਾਂਗੇ ਪ੍ਰੀਮੀਅਮ ਵਧੇਗਾ, ਕੋਈ ਨਾ ਕੋਈ ਫੈਕਟਰਸ ਤਾਂ ਜ਼ਰੂਰ ਹੋਣਗੇ। ਹਾਂਜੀ ਕਈ ਵਾਰ ਅਸੀਂ ਇਹ ਨਹੀਂ ਦੇਖਦੇ ਕਿ ਫੈਕਟਰਸ ਕੀ ਹੈਗੇ ਨੇ ਔਰ ਇਹਦੇ ਨਾਲ ਅਸੀਂ ਪ੍ਰੋਪਰ ਇੰਸ਼ੋਰੈਂਸ ਲਈਏ। ਹਾਂਜੀ ਕਹਿੰਦੇ ਕਿਤੇ ਬੰਦਾ ਅਸੀਂ ਦੇਖਦੇ ਹਾਂ ਜੇ ਸਾਨੂੰ ਚਲੋ ਜੀ ਰੇਟ ਘੱਟ ਮਿਲ ਗਿਆ, ਅੱਛਾ ਠੀਕ ਹੈ ਜੀ ਪਾਲਿਸੀ ਲੈ ਲਓ, ਹਾਂਜੀ। ਚਾਹੇ ਸਾਡੀ ਕੰਮ ਦੀ ਹੈ ਨਹੀਂ ਕੰਮ ਦੀ, ਸਾਡੇ ਫੈਕਟਰਸ ਉਹ ਗਵਰਨ ਕਰਦਾ ਹੈ ਨਹੀਂ ਕਰਦਾ। ਸੋ ਅੱਜ ਇਹ ਵੀ ਡਿਸਕਸ ਕਰ ਲਈਏ ਵੀ ਕਿਹੜੇ ਫੈਕਟਰਸ ਨੇ ਜਿਹਦੇ ਨਾਲ ਕਿ ਇੰਸ਼ੋਰੈਂਸ ਵਿੱਚ ਪ੍ਰੀਮੀਅਮ ਵੱਧਦਾ ਹੈ। ਦੇਖੋ ਜੀ ਬੇਸਿਕਲੀ 5 ਫੈਕਟਰਸ ਹੈਗੇ ਆ। ਠੀਕ ਹੈ। ਸਭ ਤੋਂ ਪਹਿਲਾ ਹੈਗਾ ਏਜ ਫੈਕਟਰ। ਅੱਛਾ। ਜਿਉਂ-ਜਿਉਂ ਏਜ ਵਧਣੀ ਹੈ ਤਿਉਂ ਜਿਹੜਾ ਪ੍ਰੀਮੀਅਮ ਵਧਣਾ। ਹੁਣ ਬੱਚੇ ਦੀ ਪਾਲਿਸੀ ਲੈਣੀ ਹੋਵੇ ਤਾਂ ਬੱਚੇ ਦਾ ਪ੍ਰੀਮੀਅਮ ਥੋੜਾ ਹੋਏਗਾ, 10 ਸਾਲ ਦੇ ਬੱਚੇ ਦਾ ਜ਼ਿਆਦਾ ਹੋਏਗਾ, 20 ਦਾ ਹੋਰ ਜ਼ਿਆਦਾ ਹੋਊਗਾ, ਤੁਸੀਂ 30 ਦਾ ਲਓਗੇ ਜ਼ਿਆਦਾ, 40 ਦਾ ਹੋਗੇ ਜ਼ਿਆਦਾ ਹੋਗਾ। ਜਿੱਦਾਂ ਏਜ ਵਧੀ ਜਾਊਗੀ ਉਦਾਂ ਪ੍ਰੀਮੀਅਮ ਵਧੇਗਾ। ਤੇ ਬਾਟ ਦੀ ਬੈਸਟ ਟਾਈਮ ਟੂ ਬਾਏ, ਜਿੰਨੀ ਜਲਦੀ ਹੋ ਸਕੇ ਤੁਸੀਂ ਬਾਏ ਕਰ ਲਓ, ਰਾਈਟ। ਇਹੀ ਹੋਇਆ ਨਾ ਵੀ ਜਿੱਦਾਂ ਏਜ ਵਧੂਗੀ ਉਸ ਹਿਸਾਬ ਦੇ ਨਾਲ ਤੁਹਾਡਾ ਪ੍ਰੀਮੀਅਮ ਵੱਧਦਾ। ਦੂਜਾ ਜਿਹੜਾ ਇਹਦੇ ਵਿੱਚ ਹੈਗਾ ਸਮੋਕਿੰਗ ਸਟੇਟਸ। ਠੀਕ ਹੈ। ਜਿਹੜਾ ਸਮੋਕਿੰਗ ਸਟੇਟਸ ਆ, ਕਈ ਹੁਣ ਬੰਦੇ ਸਾਡੇ ਸਮੋਕ ਕਰਦੇ ਹੈਗੇ ਆ ਜਾਂ ਸਾਡੇ ਕਮਿਊਨਿਟੀ ਦੇ ਵਿੱਚ ਸਮੋਕਿੰਗ ਕਰਦੇ, ਤਾਂ ਸਮੋਕਰ ਆਲਵੇਜ਼ ਮਹਿੰਗਾ ਹੁੰਦਾ, ਉਹਦੀ ਆਲਵੇਜ਼ ਐਕਸਪੈਂਸਿਵ ਹੁੰਦਾ, ਕਿਉਂਕਿ ਉਹਨੂੰ ਕੰਪਨੀਜ਼ ਇਹ ਦੇਖਦੀਆਂ ਹੈਗੀਆਂ ਕਿ ਇਹਨੂੰ ਚਾਂਸਸ ਡੈਥ ਹੋਣ ਦੇ ਜ਼ਿਆਦਾ ਹੈਗੇ ਆ, ਤੇ ਇਸ ਕਰਕੇ ਸਮੋਕਰਸ ਦਾ ਜਿਹੜਾ ਰੇਟ ਆ ਉਹ ਜ਼ਿਆਦਾ ਜਿਹੜਾ ਹੈਗਾ ਉਹਦੇ ਕਰਕੇ ਵੱਧ ਜਾਂਦਾ ਹੈਗਾ। ਉਸ ਤੋਂ ਬਾਅਦ ਇਹ ਸੈਕੰਡ ਫੈਕਟਰ ਹੋ ਗਿਆ ਸਮੋਕਿੰਗ ਦਾ। ਥਰਡ ਫੈਕਟਰ ਹੋ ਗਿਆ ਹੈਲਥ ਦਾ। ਹੈਲਥ ਦੇ ਵਿੱਚ ਇਹ ਆ ਵੀ ਅੱਜ ਮੈਂ ਹੈਲਦੀ ਹਾਂ, ਮੈਂ ਡਾਕਟਰ ਕੋਲ ਗਿਆ, ਡਾਕਟਰ ਨੇ ਕਹਿਣਾ ਜੀ ਠੀਕ ਹੈ ਤੇਰਾ ਬਲੱਡ ਪ੍ਰੈਸ਼ਰ ਜ਼ਿਆਦਾ, ਤੂੰ ਮੈਡੀਸਨ ਖਾ ਲਾ, ਤੇਰਾ ਕੈਸਟਰੋਲ ਥੋੜਾ, ਕਿਉਂਕਿ ਸਾਡੀ ਤੁਹਾਨੂੰ ਪਤਾ ਖਾਣ ਪੀਣ ਕਿੱਦਾਂ, ਕਮਿਊਨਿਟੀ ਦਾ ਖਾਣ ਪੀਣ ਕਿੱਦਾਂ ਦਾ ਹੈਗਾ, ਤੇ ਉਹਨਾਂ ਨੇ ਕਹਿਣਾ ਜੀ ਠੀਕ ਹੈ ਜੀ ਤੁਸੀਂ ਤੇਰੇ ਕੈਸਟਰੋਲ ਥੋੜਾ ਜਿਹਾ ਹਾਈ ਹੈਗਾ ਤੇ ਕੈਸਟਰੋਲ ਦੀ ਮੈਡੀਸਨ ਖਾਣੀ ਸ਼ੁਰੂ ਕਰ ਦੇ। ਬੰਦੇ ਨੂੰ ਕਿਸੇ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ, ਕਿਸੇ ਨੂੰ ਕੈਂਸਰ ਹੋਇਆ, ਕਿਸੇ ਨੂੰ ਹਾਰਟ ਦਾ ਬੜਾ ਇਸ਼ੂ ਆ ਰਿਹਾ ਹੁਣ ਅੱਜ ਕੱਲ੍ਹ ਆਪਣੇ ਆਪਣੀ ਜਿਹੜੀ ਆਰਟਰੀਜ਼ ਜਿਹੜੀਆਂ ਬਲੌਕ ਹੋ ਜਾਂਦੀਆਂ ਹੈਗੀਆਂ, ਤੇ ਆਰਟਰੀਜ਼ ਨੂੰ ਉਹਨਾਂ ਨੂੰ ਕਲੀਨ ਕਰਨ ਵਾਸਤੇ ਉਹਨਾਂ ਸਟੰਟ ਪੈਂਦੇ ਹੈਗੇ ਆ ਜਾਂ ਉਹਨਾਂ ਦੀ ਬਾਈਪਾਸ ਸਰਜਰੀ ਹੁੰਦੀ ਆ, ਤਾਂ ਉਸ ਕੇਸ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਨੂੰ ਉਹ ਜਿਹੜੇ ਹੈਲਥ ਇਸ਼ੂਜ਼ ਜਿਹੜੇ ਆ ਜਾਂਦੇ ਹੈਗੇ। ਜੇ ਹੈਲਥ ਤੁਹਾਡੀ ਅੱਜ ਚੰਗੀ ਹੈ ਤਾਂ ਵਾਟ ਇਜ਼ ਦੀ ਬੈਸਟ ਟਾਈਮ ਟੂ ਬਾਏ। ਠੀਕ ਹੈ। ਅੱਜ ਜਿਹੜਾ ਜਿਸ ਵੇਲੇ ਤੁਸੀਂ ਹੈਲਦੀ ਉਸ ਵੇਲੇ ਬਾਏ ਕਰੋ, ਠੀਕ ਹੈ, ਅਨਲੈਸ ਕੇ ਬਾਅਦ ਮਹਿੰਗਾ ਪ੍ਰੀਮੀਅਮ ਬੰਦੇ ਨੇ ਲੈਣਾ ਹੋਵੇ। ਉਸ ਤੋਂ ਬਾਅਦ ਜਿਹੜਾ ਫੈਕਟਰ ਆ ਜਾਂਦਾ ਹੈਗਾ, ਬੜਾ ਇੰਪੋਰਟੈਂਟ ਫੈਕਟਰ ਹੈਗਾ ਕਿ ਬੰਦਾ ਡਰਾਈਵਿੰਗ। ਹੁਣ ਬੰਦੇ ਨੇ ਕਈ ਵਾਰੀ ਆਪਣੇ ਬੰਦੇ ਕ੍ਰਿਸਮਸ ਟਾਈਮ ਦੇ ਵਿੱਚ ਅਸੀਂ ਆਪਾਂ ਡਰਿੰਕ ਕਰ ਲੈਂਦੇ ਹਾਂ, ਡਰਾਈਵ ਕਰ ਲੈਂਦੇ, ਚਾਰਜ ਹੋ ਜਾਂਦੇ ਹੈਗੇ ਆ ਗੱਡੀ ਬੰਦਾ ਡਰਾਈਵ ਕਰ ਰਿਹਾ ਹੈਗਾ ਤਾਂ 2 ਜਾਂ 3 ਟਿਕਟਾਂ ਆ ਗਈਆਂ, ਕੰਪਨੀ ਦੇਖਦੀ ਹੈਗੀ ਕਿ ਇਹ ਬੰਦਾ ਡਰਿੰਕ ਐਂਡ ਡਰਾਈਵ 'ਚ ਚਾਰਜ ਹੋਇਆ, ਕ੍ਰਿਮੀਨਲ ਆਫੈਂਸ ਤਾਂ ਨਹੀਂ ਕੀਤਾ, ਉਹ ਚੀਜ਼ ਵੀ ਫੈਕਟਰ ਜਿਹੜੀ ਆ ਅਫੈਕਟ ਕਰਦੀ ਹੈਗੀ ਆ। ਠੀਕ ਆ। ਉਸ ਤੋਂ ਬਾਅਦ ਫਿਰ ਤੁਹਾਡਾ ਆ ਜਾਂਦਾ ਹੈਗਾ ਹੌਬੀਜ਼। ਹੁਣ ਮੇਰੀਆਂ ਹੌਬੀਜ਼ ਹੋਣ ਜੀ, ਮੈਂ ਜਾਣਾ ਹੈਗਾ ਆਪਣੇ ਸਕੂਬਾ ਡਾਈਵਿੰਗ ਕਰਨੀ ਹੈਗੀ ਆ, ਰੇਸਿੰਗ ਕਰਨੀ, ਕਾਰ ਰੇਸਿੰਗ ਕਰਨੀ ਹੈਗੀ ਆ, ਤਾਂ ਉਹ ਇਹ ਵੀ ਤਾਂ ਮਾਊਂਟੇਨ ਕਲਾਈਮਿੰਗ ਹੈਗੀ ਆ। ਕਈ ਇੰਸ਼ੋਰੈਂਸ ਕੰਪਨੀ ਮਾਊਂਟੇਨ ਕਲਾਈਮਿੰਗ ਨੂੰ ਆਪਣਾ ਪ੍ਰੋਟੈਕਟ ਹੀ ਨਹੀਂ ਕਰਦੀਆਂ ਹੈਗੀਆਂ। ਇਹ ਜਿਹੜੇ 4-5 ਫੈਕਟਰ ਹੈਗੇ ਆ, ਇਹ ਜਿਹੜੇ ਇਹਨਾਂ ਦੇ ਉੱਤੇ ਪ੍ਰੀਮੀਅਮ ਨਿਰਭਰ ਕਰਦਾ। ਤੁਹਾਡਾ ਆਕੂਪੇਸ਼ਨ ਕੀ ਆ, ਇੱਕ ਜਿਹੜਾ ਆਪਣੇ ਜਿਹੜਾ ਆਫਿਸ ਦੇ ਵਿੱਚ ਕੰਮ ਕਰਦਾ ਵਾਈਟ ਕਾਲਰ ਜੌਬ ਵਾਲਾ ਬੰਦਾ, ਉਹ ਬੰਦੇ ਦਾ ਪ੍ਰੀਮੀਅਮ ਆਲਵੇਜ਼ ਨਾਰਮਲ ਰਹੇਗਾ, ਘੱਟ ਰਹੇਗਾ। ਇੱਕ ਬੰਦਾ ਬਾਹਰ ਜਾ ਕੇ ਫਾਇਰ ਫਾਈਟਰ ਆ, ਫਾਇਰ ਫਾਈਟਰ ਦਾ ਪ੍ਰੀਮੀਅਮ ਆਲਰੇਡੀ ਜ਼ਿਆਦਾ ਹੋਏਗਾ, ਤਾਂ ਹੋ ਸਕਦਾ ਉਹਨੂੰ ਮਿਲੇ ਹੀ ਨਾ, ਕਿਉਂਕਿ ਉਹਦੀ ਜਾਨ ਆਲਵੇਜ਼ ਜਿਹੜੀ ਆ ਉਹ ਖਤਰੇ ਦੇ ਵਿੱਚ ਹੈਗੀ ਆ। ਇਸ ਕਰਕੇ ਡਿਪੈਂਡਿੰਗ ਔਨ ਆਕੂਪੇਸ਼ਨ, ਏਜ, ਹੈਲਥ, ਸਮੋਕਿੰਗ ਸਟੇਟਸ, ਤੁਹਾਡੀਆਂ ਹੌਬੀਜ਼ ਉਹਦੇ ਤੇ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਜਿੰਨੀ ਜਲਦੀ ਹੋ ਸਕੇ ਤੁਸੀਂ, ਅਨਲੈਸ ਕਿ ਕੱਲ੍ਹ ਨੂੰ ਤੁਹਾਡੇ ਵਿੱਚ ਕੋਈ ਚੇਂਜੇਜ ਆਵੇ, ਤੁਹਾਡੀ ਲਾਈਫ 'ਚ ਕੋਈ ਚੇਂਜ ਆਵੇ, ਤੁਹਾਡੀ ਹੈਲਥ 'ਚ ਕੋਈ ਚੇਂਜੇਜ ਆਵੇ, ਉਹ ਤੋਂ ਪਹਿਲਾਂ ਤੁਸੀਂ ਇਹ ਫੈਕਟਰ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ, ਤਾਂ ਤੁਸੀਂ ਇਹ ਜਿਹੜਾ ਹੈਗਾ ਆ ਤੇ ਪਾਲਿਸੀ ਆਪਣੇ ਵਾਸਤੇ ਬਾਏ ਕਰ ਲਓ। ਠੀਕ ਹੈ। ਇਹ ਅਗਲੇ 2 ਵਰਡਸ ਹੈਗੇ ਨੇ, ਵੈਸੇ ਮੈਂ ਇਹਨਾਂ ਨੂੰ ਇੱਕ ਹੀ ਸਮਝਦਾ ਰਿਹਾ, ਪਰ ਅੱਜ ਤੁਸੀਂ ਐਕਸਪਰਟ ਆਏ ਹੋ ਤਾਂ ਤੁਹਾਡੇ ਤੋਂ ਫਾਇਦਾ ਲੈਂਦੇ ਆ ਕਿ ਡਿਸੇਬਿਲਿਟੀ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਇਹ ਦੋਨੋਂ 'ਚ ਕੀ ਫਰਕ ਹੈਗਾ? ਦੇਖੋ ਜੀ, ਡਿਸੇਬਿਲਿਟੀ ਇੰਸ਼ੋਰੈਂਸ ਜਿਹੜੀ ਨਾਰਮਲੀ ਮੈਨੂੰ ਵੀ ਕਈ ਵਾਰੀ ਕੁਐਸਚਨ ਆ ਜਾਂਦਾ, ਭਾਜੀ ਡਿਸੇਬਿਲਿਟੀ ਦਾ ਕੀ ਫਰਕ ਹੈਗਾ? ਡਿਸੇਬਿਲਿਟੀ ਜਿਹੜੀ ਹੈਗੀ ਆ ਉਹ ਮੰਥਲੀ ਪਲਾਨ ਹੈਗੇ ਆ। ਅੱਛਾ। ਮੰਥਲੀ ਤੁਹਾਨੂੰ ਮਿਲਦੇ ਆ ਪੈਸੇ। ਜੇ ਬੰਦੇ ਦੀ ਸਪੋਜ਼ ਕਰੋ ਲੈਗ ਬ੍ਰੇਕ ਹੋ ਗਈ, ਲੱਤ ਟੁੱਟ ਗਈ, ਠੀਕ ਹੈ, ਉਸ ਕੇਸ ਦੇ ਵਿੱਚ ਤੁਹਾਨੂੰ ਮਹੀਨੇ ਦੇ ਮਹੀਨੇ ਪੈਸੇ ਆਉਣ ਲੱਗ ਪਏ। ਠੀਕ ਹੈ। ਉਸ ਤੋਂ ਬਾਅਦ ਕ੍ਰਿਟੀਕਲ ਇਲਨੈਸ ਜਿਹੜੀ ਹੈਗੀ ਆ ਉਹ ਹੁੰਦਾ ਲੰਪ ਸਮ। ਠੀਕ ਹੈ। ਤੁਹਾਨੂੰ ਇਕੱਠੇ ਪੈਸੇ ਦੇਣੇ ਸ਼ੁਰੂ ਕਰ ਦੇਣੇ ਉਹਨਾਂ ਨੇ, ਇੱਕੋ ਵਾਰੀ ਉਹਨਾਂ ਨੇ। ਜੇ ਬੰਦੇ ਨੂੰ ਕੋਈ ਟਰਮੀਨਲ ਇਲਨੈਸ ਹੋ ਜਾਏ, ਟਰਮੀਨਲ ਇਲਨੈਸ ਮੀਨਸ ਬੰਦੇ ਨੂੰ ਬਾਈਪਾਸ ਸਰਜਰੀ ਹੋ ਗਈ, ਜਾਂ ਬੰਦੇ ਨੂੰ ਕੋਈ ਸਟ੍ਰੋਕ ਹੋ ਗਿਆ, ਜਾਂ ਪੈਰਾਲਾਈਜ਼ ਹੋ ਗਿਆ, ਕੋਮਾ ਹੋ ਗਿਆ, ਕੋਈ 25-26 ਇਲਨੈਸਿਸ ਹੈਗੀਆਂ। ਜੇ ਉਹਨਾਂ ਦੇ ਵਿੱਚੋਂ ਕੁਝ ਹੋ ਜਾਏ ਤਾਂ ਉਸ ਕੇਸ ਦੇ ਵਿੱਚ ਜਿਹੜੀ ਕੰਪਨੀ ਆ ਉਹ ਤੁਹਾਨੂੰ ਲੰਪ ਸਮ ਇੱਕੋ ਵਾਰੀ ਪੈਸੇ ਦੇਣ ਦੀ, ਜਿੰਨੇ ਦੀ ਤੁਹਾਡੀ ਫੇਸ ਅਮਾਊਂਟ ਹੈਗੀ ਆ। ਹੁਣ ਡਿਸੇਬਿਲਿਟੀ ਦੀ ਗੱਲ ਕਰਦੇ, ਡਿਸੇਬਿਲਿਟੀ ਆਪਣੇ ਟਰੱਕ 'ਚ ਵੀ ਕਾਫੀ ਟਰੱਕ ਚਲਾਉਂਦੇ ਹੈਗੇ ਆ, ਤਾਂ ਉਹ ਨਾਰਮਲੀ ਇੱਕ ਬੰਦਾ $50 ਪੇ ਕਰ ਰਿਹਾ, ਜਿੱਦਾਂ ਤੁਸੀਂ ਪ੍ਰੀਮੀਅਮ ਦੀ ਗੱਲ ਕੀਤੀ, ਇੱਕ ਬੰਦਾ $100 ਪੇ ਕਰ। ਡਿਫਰੈਂਸ ਕੀ ਆ? ਜੀ ਡਿਫਰੈਂਸ ਇਹ ਹੈਗਾ ਕਿ ਬੰਦਾ ਕਹਿੰਦਾ ਜੀ ਮੈਂ $50 ਪੇ ਕਰ ਰਿਹਾ, ਉਹ ਐਕਸੀਡੈਂਟ ਓਨਲੀ ਆ। ਅੱਛਾ। ਉਹਨੇ ਕੱਲੀ ਜੇ ਐਕਸੀਡੈਂਟ ਹੋ ਗਿਆ
ਲੱਤ ਟੁੱਟ ਗਈ, ਬਾਂਹ ਟੁੱਟ ਗਈ ਤਾਂ ਉਹਨੇ ਐਕਸੀਡੈਂਟ ਦੇ ਕੇਸ ਦੇ ਵਿੱਚ ਤੁਹਾਨੂੰ ਕਵਰ ਕਰ ਦੇਣਾ ਹੈਗਾ। ਠੀਕ ਆ, ਸਸਤੀ ਪਾਲਿਸੀ ਹੈਗੀ। ਠੀਕ ਹੈ। ਹੁਣ ਜਿਹੜਾ ਬੰਦਾ $100 ਪੇ ਕਰ ਰਿਹਾ, $100 ਜੇ ਉਹਨੇ ਦੇ ਰਿਹਾ ਹੈ ਤਾਂ ਇਹਦਾ ਮੰਨ ਲਓ ਕੋਈ ਬੈਨੀਫਿਟ ਵੀ ਹੋਊਗਾ। ਯੈਸ। ਤਾਂ $100 ਦੇ ਵਿੱਚ ਇਹਦਾ ਮੰਨ ਲਓ ਇਹ ਵੀ ਇਨਕਲੂਡ ਕੀਤਾ ਹੋ ਸਕਦਾ ਉਹਨੇ ਕਿ ਉਹਦੀ ਸਿਕਨੈਸ ਹੋਵੇ। ਸਿਕਨੈਸ ਮੀਨਸ ਉਹਦੀ ਸਰਜਰੀ ਹੋਈ ਤਾਂ ਵੀ ਉਹ ਕਵਰਡ ਹੈਗਾ। ਜੇ ਉਹਦੀ ਸਰਜਰੀ ਦੇ ਇਲਾਵਾ ਉਹਨੂੰ ਕੋਈ ਆਪਣਾ ਨਮੂਨੀਆ ਵਗੈਰਾ ਹੋ ਜਾਏ ਜਾਂ ਕੁਝ ਇਦਾਂ ਹੋ ਜਾਏ, ਕਿਸੇ ਵੀ ਤਰੀਕੇ ਨਾਲ ਉਹ ਆਪਣਾ ਪਰਮਾਨੈਂਟ ਜਿਹੜੀ ਜੌਬ ਆ ਉਹਨੂੰ ਨਹੀਂ ਕਰ ਪਾ ਰਿਹਾ, ਉਸ ਕੇਸ ਦੇ ਵਿੱਚ ਵੀ ਉਹ ਕਵਰ ਕੀਤਾ ਜਾ ਸਕਦਾ, ਉਸ ਕਵਰ ਹੋ ਸਕਦਾ। ਪਰ ਡਿਪੈਂਡਿੰਗ ਔਨ, ਮੈਂ ਜਸਟ ਐਗਜ਼ਾਮਪਲ ਦਿੱਤੀ 50-100 ਦੀ, ਪਰ ਇਹ ਸਾਰਾ ਕੁਝ ਡਿਪੈਂਡ ਕਰਦਾ ਕਿ ਤੁਸੀਂ ਲਿਆ ਕੀ ਹੈਗਾ। ਠੀਕ ਹੈ। ਬਾਕੀ ਕੰਪਨੀ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ, ਕੋਈ ਕੰਪਨੀ $2 ਮਹਿੰਗੀ ਹੋਗੀ, ਕੋਈ $2 ਸਸਤੀ ਹੁੰਦੀ, ਪਰ ਡਿਪੈਂਡ ਕਰਦਾ ਕਿ ਤੁਹਾਡਾ ਪਲਾਨ ਕਿੱਦਾਂ ਡਿਜ਼ਾਈਨ ਕੀਤਾ ਗਿਆ। ਠੀਕ ਹੈ। ਸਾਡੇ ਕੋਲ ਇਦਾਂ ਦਾ ਪਲਾਨ ਹੈਗਾ ਕਿ ਜਿਹਦੇ ਵਿੱਚ ਤੁਹਾਡੀ ਸਪੋਜ਼ ਕਰੋ ਬੰਦੇ ਨੂੰ ਸਿੱਕ ਵੀ ਹੋ ਗਿਆ ਤਾਂ ਵੀ ਤੁਸੀਂ ਕਵਰ ਆ, ਐਕਸੀਡੈਂਟ ਹੋ ਗਿਆ ਤਾਂ ਵੀ ਤੁਸੀਂ ਕਵਰਡ ਹੈਗੇ ਆ। ਤਾਂ ਜੇ ਉਹ ਤੋਂ ਇਲਾਵਾ ਬੰਦੇ ਦੀ ਡਿਸੇਬਿਲਟੀ ਦੌਰਾਨ ਡੈਥ ਹੋ ਜਾਏ ਤਾਂ ਵੀ ਤੁਹਾਡੀ ਜਿਹੜੀ ਫੇਸ ਅਮਾਊਂਟ ਮੀਨਸ ਜਿਹੜੀ ਤੁਹਾਡੀ ਮੰਥਲੀ ਬੈਨੀਫਿਟ $2000 ਤੁਹਾਨੂੰ ਸਪੋਜ਼ ਕਰੋ ਮਿਲਦਾ ਜਾਂ 4000 ਮਿਲਦਾ, ਦੋ ਦਾ ਉਹਨੂੰ 5 ਨਾਲ ਮਲਟੀਪਲਾਈ ਕਰ ਲਓ, $10000 ਤੁਹਾਨੂੰ ਤਾਂ ਵੀ ਕੰਪਨੀ ਇੱਕ ਐਕਸਟਰਾ ਔਨ ਦੀ ਟੌਪ ਆਫ ਦੇ ਦਿੰਦੀ। ਇਦਾਂ ਦੇ ਪਲਾਨਸ ਵੀ ਹੈਗੇ ਆ, ਪਰ ਅਸੀਂ ਡਿਸਕਸ ਤਾਂ ਹੀ ਕਰਾਂਗੇ ਜਦੋਂ ਮਿਲਾਂਗੇ। ਠੀਕ ਹੈ। ਅੱਛਾ, ਤੁਸੀਂ ਬੜੀ ਵਧੀਆ ਗੱਲ ਕਹੀ, ਡਿਸਕਸ ਤਾਂ ਹੀ ਹੋਏਗਾ ਜਦੋਂ ਤੁਸੀਂ ਮਿਲੋਗੇ। ਸੋ ਹੁਣ ਸਾਨੂੰ ਇਹ ਵੀ ਦੱਸੋ, ਕਈ ਲੋਕ ਕਹਿੰਦੇ ਜੀ ਅਸੀਂ ਜਦੋਂ ਬੈਂਕ ਜਾਂਦੇ ਆ, ਬੈਂਕ ਵਾਲੇ ਕਿਉਂਕਿ ਰੈਗੂਲਰ ਬੈਂਕਿੰਗ ਕਰਦੇ ਆ, ਉੱਥੇ ਉਹ ਆਫਰ ਕਰ ਦਿੰਦੇ, ਕਹੋ ਜੀ ਸਾਡੇ ਕੋਲੋਂ ਇੰਸ਼ੋਰੈਂਸ ਲੈ ਲਓ ਤੁਸੀਂ। ਸੋ ਬੈਂਕ ਕੋਲੋਂ ਇੰਸ਼ੋਰੈਂਸ ਲੈਣ ਦੇ ਵਿੱਚ ਔਰ ਤੁਹਾਡੇ ਕੋਲੋਂ ਇੰਸ਼ੋਰੈਂਸ ਲੈਣ ਦੇ ਵਿੱਚ ਕਿ ਰਵਿੰਦਰ ਜੱਸੂ ਸਾਹਿਬ ਨੂੰ ਕਿਉਂ ਸੰਪਰਕ ਕੀਤਾ ਜਾਏ, ਇਹ ਦੱਸੋ। ਦੇਖੋ ਜੀ, ਸਭ ਤੋਂ ਹਾਈਐਸਟ ਜਿਹੜੀ ਕ੍ਰਿਟੀਕਲ ਇਲਨੈਸ ਜਾਂ ਜੇ ਲਾਈਫ ਇੰਸ਼ੋਰੈਂਸ ਪਾਲਿਸੀ ਉਹ TD ਸੈਲ ਕਰਦੀ ਆ। ਠੀਕ ਹੈ। ਇੰਸ਼ੋਰੈਂਸ ਕੰਪਨੀਆਂ ਤੋਂ ਵੀ ਜ਼ਿਆਦਾ ਉਹ ਕਰਦੀ ਹੈਗੀ ਆ। ਠੀਕ ਹੈ। ਉਹਦਾ ਰੀਜ਼ਨ ਕੀ ਹੈਗਾ ਕਿ ਉਹ ਹਰ ਇੱਕ ਬੰਦੇ ਨੂੰ ਪੁੱਛਦੇ ਆ, ਹਰ ਇੱਕ ਬੰਦੇ ਨੂੰ ਕਹਿੰਦੇ ਤੁਸੀਂ ਸਾਡੇ ਤੋਂ ਲੈ ਲਓ ਤੇ ਤੁਹਾਡੀ ਮੌਰਗੇਜ ਨਹੀਂ ਹੁੰਦੀ, ਮੌਰਗੇਜ ਦੇ ਵਿੱਚ ਤੁਹਾਡੀ ਐਡ ਕਰ ਦਿੰਦੇ ਹੈਗੇ ਆ। ਠੀਕ ਆ। ਬੈਂਕ ਦੇ ਵਿੱਚ ਕੀ ਹੁੰਦਾ, ਸਪੋਜ਼ ਕਰੋ ਮੈਂ ਅੱਜ TD ਦੇ ਨਾਲ ਮੌਰਗੇਜ ਲਈ ਆ, ਮੌਰਗੇਜ ਲਈ TD ਨਾਲ ਮੇਰੀ 5 ਸਾਲ ਵਾਸਤੇ ਲੌਕਡ ਹੈਗੀ ਉੱਥੇ, ਤਾਂ 5 ਸਾਲ ਵਾਸਤੇ ਉਹਨਾਂ ਨੇ ਮੇਰੀ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਕਰਤੀ। ਤਾਂ ਬੈਨੀਫੀਸ਼ੀਅਰੀ ਕੌਣ ਹੋਇਆ ਉਹਦੇ 'ਚ? ਬੈਨੀਫੀਸ਼ੀਅਰੀ ਤਾਂ ਬੈਂਕ ਹੋ ਗਈ। ਮੈਂ ਆਪ ਚੂਜ਼ ਨਹੀਂ ਕੀਤਾ ਕੋਈ ਵੀ ਬੈਨੀਫੀਸ਼ੀਅਰੀ, ਤਾਂ ਬੈਂਕ ਨੇ ਆਪਣੇ ਆਪ ਨੂੰ ਬੈਨੀਫੀਸ਼ੀਅਰੀ ਰੱਖ ਲਿਆ। ਪ੍ਰੀਮੀਅਮ ਤੁਸੀਂ ਦੇ ਰਹੇ ਹੋ, ਬੈਨੀਫੀਸ਼ੀਅਰੀ ਬੈਂਕ ਹੋ ਰਹੀ ਹੈਗੀ ਆ। ਫਿਰ ਉਹਨਾਂ ਨੇ ਸਮੋਕਰ ਨੌਨ ਸਮੋਕਰ ਦਾ ਕੋਈ ਤੁਹਾਨੂੰ ਉਹਨਾਂ ਡਿਸਕਾਊਂਟ ਨਹੀਂ ਦੇਣਾ, ਮੇਲ ਫੀਮੇਲ ਦਾ ਕੋਈ ਡਿਸਕਾਊਂਟ ਨਹੀਂ ਦੇਣਾ। ਪੋਰਟੇਬਲ ਨਹੀਂ ਹੈਗੀ, ਤੁਸੀਂ 5 ਸਾਲ ਬਾਅਦ ਤੁਸੀਂ ਸਕੋਸ਼ੀਆ ਕੋ ਚਲ ਗਏ, ਪਾਲਿਸੀ ਤੁਹਾਡੀ ਵੈਸੇ ਹੀ ਖਤਮ ਆ, ਤੁਸੀਂ ਸਕੋਸ਼ੀਆ ਕੋ ਫਿਰ ਨਵੀਂ ਲਓਗੇ ਜਾ ਕੇ। ਠੀਕ ਹੈ ਨਾ, ਇਹ ਡਿਫਰੈਂਸ ਹੈਗੇ ਛੋਟੇ ਜਿਹੇ। ਬ੍ਰੋਕਰ ਦੇ ਕੋਲ ਜਦੋਂ ਤੁਸੀਂ ਜਾਂਦੇ ਆ, ਤੁਸੀਂ 20 ਸਾਲ ਦੀ, 10 ਸਾਲ ਦੀ, 30 ਸਾਲ ਦੀ ਤੁਹਾਡੇ ਹੱਥ ਦੇ ਵਿੱਚ ਹੈਗਾ। ਬੈਨੀਫੀਸ਼ੀਅਰੀ ਤੁਸੀਂ ਚੂਜ਼ ਕਰਦੇ ਆ, ਆਪਣੀ ਵਾਈਫ ਨੂੰ ਰੱਖੋ, ਆਪਣੇ ਪੇਰੈਂਟਸ ਨੂੰ ਰੱਖੋ, ਤਾਂ ਆਪਣੇ ਬੱਚਿਆਂ ਰੱਖੋ, ਜਿਹਨੂੰ ਮਰਜ਼ੀ। ਪੋਰਟੇਬਲ ਹੈਗੀ ਆ, ਤੁਸੀਂ ਉਹਨੂੰ ਜਿਹੜੀ ਮਰਜ਼ੀ ਬੈਂਕ ਚੇਂਜ ਕਰ ਲਓ। ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਇੰਸ਼ੋਰੈਂਸ ਆ ਉਹ ਤੁਹਾਡੇ ਹੱਥ ਦੇ ਵਿੱਚ ਆਉਣੀ ਆ, ਬੈਨੀਫੀਸ਼ੀਅਰੀ ਦੇ ਹੱਥ ਦੇ ਵਿੱਚ ਆਉਣੀ ਹੈਗੀ ਆ। ਠੀਕ ਹੈ। ਇਹ ਕੁਛ ਇੱਕ ਫੈਕਟਰਸ ਹੈਗੇ ਆ ਜਿਹੜੇ ਬੈਂਕ ਦੇ ਵਿੱਚ ਤੇ ਇੰਡੀਵਿਜੂਅਲ ਬ੍ਰੋਕਰ ਦੇ ਵਿੱਚ ਡਿਫਰੈਂਸ ਕਰਦੇ। ਮੈਂ ਇਹੀ ਕਹਿੰਦਾ ਹੁੰਦਾ ਕਿ ਤੁਸੀਂ ਸਾਨੂੰ ਮਿਲੋ, ਸਾਡੇ ਨਾਲ ਮਿਲੋ, ਬੈਠ ਕੇ ਇਹ ਸਾਰੀਆਂ ਚੀਜ਼ਾਂ ਸਮਝੋ। ਸਾਡੀ ਪਹਿਲੀ ਜਿਹੜੀ ਮੁਲਾਕਾਤ ਆ ਉਹ ਕਦੀ ਸੈਲਿੰਗ ਵਾਸਤੇ ਨਹੀਂ ਹੁੰਦੀ। ਅੱਛਾ। ਸਾਡੀ ਜਿਹੜੀ ਪਹਿਲੀ ਮੁਲਾਕਾਤ ਆ ਉਹ ਇਹ ਹੁੰਦੀ ਹੈ ਕਿ ਇੱਕ ਦੂਜੇ ਨੂੰ ਜਾਣਨ ਵਾਸਤੇ। ਤੁਸੀਂ ਸਾਨੂੰ ਜਾਣੋ, ਅਸੀਂ ਤੁਹਾਨੂੰ ਜਾਣਦੇ ਹੈਗੇ ਆ। ਤੁਸੀਂ ਸਾਡੇ ਰਾਈਟਸ ਦੇਖੋ, ਅਸੀਂ ਤੁਹਾਡੇ ਰਾਈਟਸ ਦੇ ਦੇ। ਜੇ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗਦੀ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਕੰਮ ਕਰੋ, ਜੇ ਤੁਹਾਨੂੰ ਸਾਡੀ ਗੱਲਬਾਤ ਨਹੀਂ ਚੰਗੀ ਲੱਗਦੀ ਬੇਸ਼ੱਕ ਦੀ ਨਾ ਕਰੋ। ਠੀਕ ਹੈ। ਟਰਸਟ ਫੈਕਟਰ ਬਹੁਤ ਹੈਗਾ, ਟਰਸਟ ਹੋਣਾ ਤੁਹਾਡਾ ਸਾਡੇ ਤੇ ਬੜਾ ਜ਼ਰੂਰੀ ਹੈਗਾ। ਤੇ ਇਸ ਕਰਕੇ ਕਹਿੰਦੇ ਇੱਕ ਛੋਟੀ ਜਿਹੀ ਮੁਲਾਕਾਤ ਕਰੋ, ਮੁਲਾਕਾਤ ਦਾ ਕੋਈ ਮੁੱਲ ਨਹੀਂ, ਸਾਨੂੰ ਬੈਠ ਕੇ ਅਸੀਂ ਐਕਸਪਲੇਨ ਕਰ ਦਿੰਦੇ ਹੈਗੇ ਸਾਰਾ ਕੁਝ। ਠੀਕ ਹੈ। ਅੱਛਾ, ਇੱਕ ਚੀਜ਼ ਮੈਂ ਹੋਰ ਇੱਥੇ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ, ਇਹਦੇ ਵਿੱਚ ਹੁਣ ਹੁੰਦਾ ਕੀ ਹੈ ਕਿ ਜਿਨ੍ਹਾਂ ਨੇ ਫਰਜ਼ ਕਰ ਲਓ ਕਿ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ, ਹਾਂਜੀ ਠੀਕ ਹੈ, ਹਸਬੈਂਡ ਵਾਈਫ ਨੇ ਘਰ, ਫਰਜ਼ ਕਰ ਲਓ ਹਸਬੈਂਡ ਨੇ ਆਪਣੇ ਨਾਂ ਤੇ ਲੈ ਲਿਆ, ਵਾਈਫ ਦਾ ਹਜੇ ਨਹੀਂ ਹੈਗਾ, ਫਰਜ਼ ਕਰੋ ਨਾਮ, ਇੱਕ ਮਿੰਟ ਲਈ ਉਹਦਾ ਤਾਂ ਹੁੰਦਾ ਜੁਆਇੰਟ ਹੀ ਹੁੰਦਾ ਜੋ ਵੀ ਹੈ, ਪਰ ਹਸਬੈਂਡ ਨੇ ਆਪਣੇ ਨਾਂ ਤੇ ਘਰ ਲੈ ਲਿਆ। ਹੁਣ ਹਸਬੈਂਡ ਨੇ ਲਾਈਫ ਇੰਸ਼ੋਰੈਂਸ ਫਰਜ਼ ਕਰੋ ਨਹੀਂ ਕਰਾਈ, ਉਹਨੇ ਬੈਂਕ ਨੇ ਉਹਨਾਂ ਨੂੰ ਉਹ ਜਿਹੜੀ ਮੌਰਗੇਜ ਦੇ ਦਿੰਦੇ ਆ, ਹੁਣ ਇੱਦਾਂ ਦਿੰਦੇ ਆ ਨਾ, ਇੰਸ਼ੋਰੈਂਸ ਕਰ ਦਿੰਦੇ, ਘਰ ਦੀ ਇੰਸ਼ੋਰੈਂਸ ਕਰ ਦਿੰਦੇ ਆ। ਹਾਂਜੀ। ਜੇ ਉਹਨੇ ਹਸਬੈਂਡ ਨੇ ਲਾਈਫ ਇੰਸ਼ੋਰੈਂਸ ਕਰਵਾ ਲਈ ਤਾਂ ਫਿਰ ਉਹਨੂੰ ਉਹ ਵਾਲੀ ਇੰਸ਼ੋਰੈਂਸ ਕਰਵਾਉਣ ਦੀ ਲੋੜ ਨਹੀਂ ਹੈ? ਫਿਰ ਨਹੀਂ, ਉਹਨੂੰ ਲੋੜ ਨਹੀਂ ਹੈਗੀ। ਬੈਂਕ ਤੁਹਾਨੂੰ ਪੁੱਛਦਾ ਮੌਰਗੇਜ ਕਰਨ ਵੇਲੇ। ਅੱਛਾ। ਜਦੋਂ ਤੁਹਾਡੀ ਮੌਰਗੇਜ ਕਰਨੀ ਹੈ, ਬੈਂਕ ਨੇ ਤੁਹਾਨੂੰ ਪੁੱਛਣਾ ਕਿ ਤੁਹਾਡੇ ਕੋਲ ਕੋਈ ਇਸ ਵੇਲੇ ਇੰਸ਼ੋਰੈਂਸ ਹੈਗੀ ਆ ਕਿ ਨਹੀਂ ਹੈਗੀ। ਠੀਕ ਹੈ। ਹਸਬੈਂਡ ਵਾਈਫ ਦੋਨਾਂ ਦੇ ਨਾਂ ਤੇ ਹੈਗੀ ਆ ਜਾਂ ਇਕੱਲੇ ਹਸਬੈਂਡ ਦੇ ਨਾਂ ਤੇ ਹੈਗੀ, ਜਿਹੜਾ ਵੀ ਬੋਰੋਵਰ ਬੰਦਾ ਹੈਗਾ, ਜਿਹੜਾ ਬੋਰੋਵਰ, ਉਹਨਾਂ ਨੇ ਤੁਹਾਨੂੰ ਪੁੱਛਣਾ ਤੁਹਾਡੇ ਕੋਲ ਇੰਸ਼ੋਰੈਂਸ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਹੈ, 10 ਸਾਲ ਦੀ, 20 ਸਾਲ ਦੀ, ਉਹਨਾਂ ਨੇ ਇਹ ਨਹੀਂ ਪੁੱਛਣਾ, ਤੁਹਾਨੂੰ ਇਹ ਪੁੱਛਣਾ ਵੀ ਕੀ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ। ਠੀਕ ਹੈ। ਜੇ ਇੰਸ਼ੋਰੈਂਸ ਹੈਗੀ, ਤੁਸੀਂ ਜੇ ਕਿਸੇ ਬ੍ਰੋਕਰ ਕੋਲ ਵੀ ਲਈ ਹੈ, ਤੁਸੀਂ ਉਹਨਾਂ ਨੂੰ ਸ਼ੋਅ ਕਰ ਦਿਓ ਬਸ। ਹਾਂਜੀ, ਉਹਨਾਂ ਨੇ ਕਹਿਣਾ ਠੀਕ ਆ ਜੀ ਤੁਹਾਨੂੰ ਇਸ ਦੇਣੇ। ਪਰ ਕੁਛ ਇੱਕ ਬੈਂਕਸ ਹੈਗੇ ਆ ਜਿਹੜੇ ਕਹਿੰਦੇ ਨਹੀਂ ਤੁਹਾਨੂੰ ਸਾਡੇ ਤੋਂ ਲੈਣੀ ਪੈਂਦੀ ਆ, ਉਹਦੇ ਵਾਸਤੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ। ਪਰ ਨੋਰਮਲੀ ਇਨ ਦੀ ਮੀਨਵਾਈਲ ਜੇ ਤੁਸੀਂ ਕਦੀ ਵੀ ਆਪਣੀ ਜਿਹੜੀ ਇੰਸ਼ੋਰੈਂਸ ਆ ਇਹ ਤੁਹਾਡੀ ਇਹ ਤੁਸੀਂ ਸ਼ੋਅ ਕਰ ਦਿਓ ਤਾਂ ਤੁਹਾਨੂੰ ਮੁੜ ਕੇ ਉਹਨਾਂ ਦੇ ਬੈਂਕ ਤੋਂ ਲੈਣ ਦੀ ਲੋੜ ਨਹੀਂ ਪੈਂਦੀ।
ਅੱਛਾ ਹੁਣ ਇੱਥੇ ਫਿਰ ਇਹ ਵੀ ਫਰਕ ਦੱਸੋ, ਫਰਜ਼ ਕਰ ਲਓ ਵੀ ਤੁਸੀਂ ਅੱਛਾ ਇੱਕ ਕੁਐਸਚਨ ਹੋਰ ਇੱਥੇ ਨਿਕਲਦਾ ਹੈਗਾ। ਹਾਂਜੀ। ਉਹ ਇਹ ਨਿਕਲਦਾ ਹੈ ਕਿ ਫਰਜ਼ ਕਰ ਲਓ ਜੀ ਹੁਣ ਕਿਸੇ ਨੇ ਆਲਰੇਡੀ ਬੈਂਕ, ਉਹਨਾਂ ਨੇ ਬੈਂਕ ਤੋਂ ਮੌਰਗੇਜ ਕਰਵਾਈ, ਜਲਦੀ ਹੁੰਦੀ, ਉਹ ਕਹਿੰਦੇ ਠੀਕ ਹੈ ਜੀ ਨਾਲ ਚਲੋ ਹੋਮ ਇੰਸ਼ੋਰੈਂਸ, ਉਹ ਫਟਾਫਟ ਹੋਮ ਇੰਸ਼ੋਰੈਂਸ ਵੀ ਕਰ ਲਈ। ਹਾਂਜੀ। ਬੈਂਕ ਤੋਂ ਮੌਰਗੇਜ ਵੀ ਲੈ ਲਈ, ਬੈਂਕ ਤੋਂ ਹੋਮ ਇੰਸ਼ੋਰੈਂਸ ਵੀ ਲੈ ਲਈ। ਹਾਂਜੀ। ਕੀ ਉਹ ਹੁਣ ਤਬਦੀਲ ਕਰ ਸਕਦੇ ਆ? ਮਤਲਬ ਜੇ ਤੁਹਾਡੇ ਕੋਲ ਹੁਣ ਲਾਈਫ ਇੰਸ਼ੋਰੈਂਸ ਲੈਂਦੇ ਆ ਤੇ ਫਿਰ ਉਹ ਜਿਹੜੀ ਬੈਂਕ ਦੀ ਮੌਰਗੇਜ ਦੀ ਇੰਸ਼ੋਰੈਂਸ ਉਹ ਕਟਾ ਸਕਦੇ ਫਿਰ? ਹਾਂਜੀ, ਬੈਂਕ ਦੀ ਮੌਰਗੇਜ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਆ, ਬੈਂਕ ਨਾਲ ਤੁਸੀਂ ਗੱਲ ਕਰ ਸਕਦੇ ਆ। ਕਈ ਵਾਰੀ ਬੈਂਕ ਵਾਲੇ ਕੀ ਕਰਦੇ ਆ, ਉਹਨਾਂ ਨੇ 3 ਮਹੀਨੇ ਵਾਸਤੇ ਰੱਖੀ ਹੁੰਦੀ ਹੈ, ਕਈ 6 ਮਹੀਨੇ ਵਾਸਤੇ ਦਿੰਦੇ ਆ। ਜੇ ਤੁਸੀਂ 3 ਮਹੀਨੇ ਉਹ ਕਹਿ ਦਿੰਦੇ, ਕੰਡੀਸ਼ਨ ਲਾਈ ਹੁੰਦੀ ਉਹਨਾਂ ਨੇ ਵਿੱਚ ਵੀ ਮਿਨੀਮਮ 3 ਮਹੀਨੇ ਤੁਹਾਨੂੰ ਰੱਖਣੀ ਪੈਂਦੀ। ਤੁਹਾਨੂੰ ਜਿਹੜਾ ਬੈਂਕ ਦੇ ਵਿੱਚ ਮੌਰਗੇਜ ਐਡਵਾਈਜ਼ਰ ਉਹ ਤੁਹਾਨੂੰ ਦੱਸ ਦਿੰਦਾ ਹੈਗਾ, ਤੇ ਉਸ ਵੇਲੇ ਤੁਸੀਂ ਉਹਨੂੰ ਬਾਅਦ ਚ ਕੈਂਸਲ ਕਰਵਾ ਸਕਦੇ। ਪਰ ਕਿਉਂਕਿ ਜਿਹੜੀ ਬੈਂਕ ਦੇ ਵਿੱਚ ਸਾਡੀ ਦੇ ਵਿੱਚ ਜਿਹੜਾ ਮੇਜਰ ਡਿਫਰੈਂਸਿਸ ਹੈਗਾ ਉਹ ਇਹ ਹੈਗਾ ਕਿ ਬੈਂਕ ਵਾਲੇ ਜਿਹੜੇ ਆ ਟਾਈਮ ਆਫ ਕਲੇਮ ਅੰਡਰਰਾਈਟਿੰਗ ਕਰਦੇ ਆ। ਟਾਈਮ ਆਫ ਕਲੇਮ ਅੰਡਰਰਾਈਟਿੰਗ ਦਾ ਮੰਨ ਲਓ ਕਿ ਜਦੋਂ ਕੱਲ ਨੂੰ ਕਲੇਮ ਪੈਣਾ ਉਹਨਾਂ ਨੇ ਉਸ ਵੇਲੇ ਦੇਖਣਾ, ਤਾਂ ਉਹਨਾਂ ਨੇ ਪਹਿਲੇ 5-6 ਕੁਐਸਚਨ ਹੁੰਦੇ, ਉਹਨਾਂ 'ਚ ਤੁਹਾਨੂੰ ਪੁੱਛ ਲੈਂਦੇ ਨੋ ਕਰਕੇ ਦੇਣਾ। ਬੰਦੇ ਨੂੰ ਆਲਰੇਡੀ ਕੈਸਟਰੋਲ ਦੀ ਪ੍ਰੋਬਲਮ, ਬੰਦੇ ਨੂੰ ਆਲਰੇਡੀ ਹਾਰਟ ਇਸ਼ੂ ਆ, ਪਰ ਉੱਥੇ ਨੋ ਕੀਤਾ ਉਹ ਕਿੱਦੋਂ ਪੇ ਕਰ ਦੋਗੇ ਤੁਹਾਨੂੰ? ਠੀਕ ਹੈ। ਉਹ ਹੋ ਸਕਦਾ ਤੁਹਾਡਾ ਕਲੇਮ ਜਿਹੜਾ ਡਿਨਾਈ ਹੋ ਜਾਏ, ਠੀਕ ਆ। ਜੇ ਕਲੇਮ ਡਿਨਾਈ ਹੋ ਗਿਆ ਤਾਂ ਨਾਰਮਲੀ ਉਹਨਾਂ ਦੇ ਕਲੇਮ ਡਿਨਾਈ ਹੋ ਜਾਂਦੇ ਹੈਗੇ ਆ। ਤਾਂ ਜੇ ਤੁਹਾਡੀ ਜਿਹੜੀ ਇੰਡੀਵਿਜੂਅਲ ਬ੍ਰੋਕਰ ਦੇ ਕੋਲ ਤੁਸੀਂ ਜਾਂਦੇ ਹੈਗੇ, ਇੰਡੀਵਿਜੂਅਲ ਬ੍ਰੋਕਰ ਨੇ ਕੀ ਕਰਨਾ ਕਿ ਤੁਹਾਡੀ ਜਿਹੜੀ ਪਹਿਲਾਂ ਅਪ ਫਰੰਟ ਅੰਡਰਰਾਈਟਿੰਗ ਕਰਵਾ ਲੈਣੀ ਆ। ਤੁਹਾਡੀ ਅੰਡਰਰਾਈਟਿੰਗ ਪਹਿਲਾਂ ਐਪਲੀਕੇਸ਼ਨ ਜਾਣੀ ਹੈ, ਐਪਲੀਕੇਸ਼ਨ ਤੋਂ ਬਾਅਦ ਤੁਹਾਡੀ ਕੰਪਨੀ ਕੋ ਜਾਣੀ, ਉਹਨਾਂ ਨੇ ਤੁਹਾਡੇ ਡਾਕਟਰ ਕੋ ਵੀ ਰਿਪੋਰਟ ਮੰਗਾ ਸਕਦਾ, ਮੈਡੀਕਲ ਵੀ ਕਰ ਸਕਦੇ ਹੈਗੇ ਡਿਪੈਂਡਿੰਗ ਔਨ ਕਿੰਨੀ ਫੇਸ ਅਮਾਊਂਟ ਹੈਗੀ ਆ। ਉਸ ਤੋਂ ਬਾਅਦ ਉਹ ਜੇ ਤੁਹਾਨੂੰ ਮਿਲਦੀ ਹੋਈ ਤਾਂ ਉਹਨਾਂ ਨੇ ਜ਼ਰੂਰ ਦੇਣੀ ਇੰਸ਼ੋਰੈਂਸ। ਤਾਂ ਇੱਕ ਵਾਰੀ ਤੁਹਾਡਾ ਹੋ ਗਿਆ, ਲੌਕਡ ਹੋ ਗਿਆ, ਤੁਹਾਡਾ ਕੰਟਰੈਕਟ ਸੀਲ ਹੋ ਗਿਆ, ਤੁਹਾਡਾ ਲੌਕਡ ਹੋ ਗਿਆ, ਫਿਰ ਇੰਸ਼ੋਰੈਂਸ ਕੰਪਨੀ ਜਿਹੜੀ ਹੈ ਤੁਹਾਨੂੰ ਉਹ ਪੇ ਕਰ ਦਿੰਦੀ ਹੈਗੀ ਆ। ਅਨਲੈਸ ਬੰਦੇ ਨੇ ਕਦੀ ਫਰਾਡ ਨਾ ਕੀਤਾ ਹੋਵੇ ਕਿ ਝੂਠਾ ਬੰਦਾ ਨਾਨ ਸਮੋਕਰ ਦੀ ਜਾਂ ਬੰਦਾ ਹੋਵੇ ਕਹੇ ਜੀ ਮੈਂ ਹੈਗਾ ਸਮੋਕਰ ਹੈ ਤਾਂ ਕਹੇ ਨਾਨ ਸਮੋਕਰ ਆ, ਉਸ ਕੇਸ ਦੇ ਵਿੱਚ ਕੰਪਨੀ ਨਹੀਂ ਦਿੰਦੀ ਉਹ, ਕਿਉਂਕਿ ਫਰਾਡ ਆ। ਫਰਾਡ ਦੇ ਕੇਸ ਕਦੀ ਤੁਹਾਨੂੰ ਇੰਸ਼ੋਰੈਂਸ ਜਿਹੜੀ ਆ ਉਹ ਕਲੇਮ ਨਹੀਂ ਆਨਰ ਹੁੰਦਾ। ਹੁਣ ਸਮੇਂ ਆ ਗਿਆ ਹੈ ਕਿ ਅਸੀਂ ਜਾਣੀਏ ਕਿ ਕਾਫੀ ਸਾਰੀ ਜਾਣਕਾਰੀ ਤੁਸੀਂ ਬੜੀ ਵਧੀਆ ਦਿੱਤੀ ਹੈਗੀ ਹੈ। ਓਵਰਆਲ ਤੁਸੀਂ ਆਪਣੀ ਕੰਪਨੀ ਬਾਰੇ ਵੀ ਦੱਸੋ, ਠੀਕ ਹੈ, ਔਰ ਤੁਹਾਡਾ ਆਫਿਸ ਕਿੱਥੇ ਹੈ, ਕੰਟੈਕਟ ਨੰਬਰ ਕਿੱਥੇ ਹੈ? ਵੈਸੇ ਤੇ ਲਗਾਤਾਰ ਆਫਿਸ ਔਰ ਕੰਟੈਕਟ ਡਿਟੇਲਸ ਥੱਲੇ ਆ ਰਹੀਆਂ ਨੇ, ਪਰ ਮੈਂ ਚਾਹਾਂਗਾ ਫਿਰ ਵੀ ਬਿਫੋਰ ਵੀ ਰੈਪ ਅਪ, ਬੜਾ ਮਜ਼ਾ ਆਇਆ ਤੁਹਾਨੂੰ ਅੱਜ ਡਿਸਕਸ਼ਨ ਕਰਕੇ। ਆਉਣ ਵਾਲੇ ਸਮੇਂ ਫਿਰ ਡਿਸਕਸ਼ਨ ਜਾਰੀ ਰਹੇਗੀ ਔਰ ਜਿਸ ਤਰ੍ਹਾਂ ਰਵਿੰਦਰ ਜੱਸੂ ਸਾਹਿਬ ਨੇ ਕਿਹਾ ਹੈ, ਮੁਲਾਕਾਤ ਕਰ ਲਓ। ਮੁਲਾਕਾਤ ਦੇ ਵਿੱਚ ਇੱਕ ਦੂਸਰੇ ਨੂੰ ਜਾਣ ਸਕਦੇ ਹਾਂ। ਰਵਿੰਦਰ ਜੱਸੂ ਸਾਹਿਬ ਤੁਹਾਡੇ ਬਾਰੇ ਜਾਣਨਗੇ, ਤੁਸੀਂ ਇਹਨਾਂ ਤੋਂ ਸਵਾਲ ਕੋਈ ਹੈਗੇ ਪੁੱਛ ਸਕਦੇ ਹੈਗੇ ਹੋ। ਸੋ ਰਵਿੰਦਰ ਜੱਸੂ ਸਾਹਿਬ ਆਪਣੀ ਕੰਪਨੀ ਬਾਰੇ, ਆਫਿਸ ਬਾਰੇ ਦੇਖੋ ਜੀ, ਮੈਂ ਦਿਜਾਰਡਨ ਫਾਈਨੈਂਸ਼ੀਅਲ ਸਿਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਹੈਗਾ ਫੁੱਲ ਨੇਮ ਉਹਦਾ, ਉੱਦਾਂ ਆਪਾਂ ਸ਼ਾਰਟ 'ਚ ਦਿਜਾਰਡਨ ਇੰਸ਼ੋਰੈਂਸ ਵੀ ਕਹਿ ਦਿੰਦੇ ਹੈਗੇ। ਉਹਨਾਂ ਦੇ ਨਾਲ ਕੰਮ ਕਰਦੇ ਹੈਗੇ ਆ ਆਲ ਓਵਰ ਕੈਨੇਡਾ। ਇਹਨਾਂ ਦੇ ਇਨਕਲੂਡਿੰਗ ਕਿਊਬੈਕ ਇਹਨਾਂ ਦੇ 40+ ਆਫਿਸਿਸ ਹੈਗੇ ਆ ਤੇ 1500-1600 ਤੋਂ ਜ਼ਿਆਦਾ ਇਹਨਾਂ ਦੇ ਐਡਵਾਈਜ਼ਰਸ ਕੰਮ ਕਰਦੇ ਹੈਗੇ ਆ। ਕਾਫੀ ਵੱਡੀ ਕੰਪਨੀ ਆ, ਇਹਨਾਂ ਦੇ ਆਪਣੇ ਪ੍ਰੋਡਕਟ ਤਾਂ ਹੈਗੇ ਆ। ਉਹ ਤੋਂ ਇਲਾਵਾ ਤੁਸੀਂ ਇਹ ਆਪਣੀਆਂ ਜਿਹੜੀਆਂ ਮੇਜਰ ਕੰਪਨੀਜ਼ ਆ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕਰ ਸਕਦੇ ਜੇ ਤੁਸੀਂ ਸਾਡੇ ਫੀਲਡ ਨੂੰ ਜੁਆਇਨ ਕਰਨਾ ਚਾਹੁੰਦੇ ਹੈਗੇ ਆ। ਤਾਂ ਬੜਾ ਵਧੀਆ ਯੂਨੀਕ ਜਿਹਾ ਪਲੇਟਫਾਰਮ ਹੈਗਾ, ਬਹੁਤ ਹੀ ਹਾਈਬ੍ਰਿਡ ਪਲੇਟਫਾਰਮ ਕਹਿ ਸਕਦੇ ਹੈਗੇ ਆ। ਅਸੀਂ ਕਹਿੰਦੇ ਤੁਸੀਂ ਸਾਨੂੰ ਮਿਲੋ, ਮਿਲ ਕੇ ਗੱਲਬਾਤ ਕਰੋ, ਅਸੀਂ ਤੁਹਾਨੂੰ ਐਕਸਪਲੇਨ ਕਰਦੇ ਆ। ਸਾਡੀ ਟ੍ਰੇਨਿੰਗ ਜਿਹੜੀ ਆ ਉਹ ਟੋਟਲੀ ਡਿਫਰੈਂਟ ਹੈਗੀ ਆ। ਟ੍ਰੇਨਿੰਗ ਦੇ ਵਿੱਚ ਤੁਹਾਨੂੰ ਇਹ ਨਹੀਂ ਹੈਗਾ ਕਿ ਇਕੱਲਾ ਤੁਹਾਨੂੰ ਪ੍ਰੋਡਕਟ ਦੇ ਵਾਸਤੇ ਹੀ ਦੱਸਦੇ ਹੈਗਾ, ਪ੍ਰੋਡਕਟ ਦੇ ਨਾਲ ਤੁਹਾਨੂੰ ਅਸੀਂ ਤੁਹਾਡੀ ਆਪਣੀ ਪਰਸਨੈਲਿਟੀ ਡਿਵੈਲਪ ਕਿੱਦਾਂ ਕਰਨੀ ਆ ਉਹਦੇ ਵਾਸਤੇ ਵੀ ਦੱਸਦੇ ਹੈਗੇ ਆ। ਇੱਕ ਚੰਗਾ ਮੈਂਟਰ ਹੋਣਾ ਬੜਾ ਜ਼ਰੂਰੀ ਆ। ਜਦੋਂ ਅਸੀਂ ਲਾਇਸੈਂਸ ਲੈ ਲੈਂਦੇ ਆ, ਲਾਇਸੈਂਸ ਲੈਣ ਤੋਂ ਬਾਅਦ ਕੰਮ ਆਉਣਾ ਬੜਾ ਜ਼ਰੂਰੀ ਹੈਗਾ। ਜੇ ਮੈਂ ਕੰਮ ਹੀ ਨਾ ਸਿੱਖਿਆ ਤਾਂ ਫਿਰ ਉਹ ਬੰਦਾ ਥੋੜੀ ਦੇਰ ਬਾਅਦ ਉਸ ਫੀਲਡ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈਗਾ। ਤੇ ਇਸ ਕਰਕੇ ਕਿ ਚੰਗਾ ਮੈਂਟਰ ਜਿਹੜੇ ਸਾਡੇ ਆਫਿਸ ਦੇ ਵਿੱਚ ਚੰਗੇ ਮੈਂਟਰ ਹੈਗੇ ਆ, ਨਿਕਲਸ ਜਬੈਨੀ, ਉਹ ਸਾਨੂੰ ਟ੍ਰੇਨਿੰਗ ਦਿੰਦੇ ਹੈਗੇ ਆ। ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਦੇ ਨਾਲ ਵੀ ਇੰਟਰਵਿਊ ਕਰਾਂਗੇ। ਇੱਥੇ ਇਜ਼ ਦੀ ਬੈਸਟ, ਉਹਨਾਂ ਨੂੰ 37+ ਈਅਰਸ ਹੋ ਗਏ ਇਸ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ। ਤੇ ਇਸ ਕਰਕੇ ਹੀ ਕਹਿੰਦੇ ਆ 647 588 9794 ਤੇ ਤੁਸੀਂ ਕਾਲ ਕਰੋ, ਸਾਨੂੰ ਮਿਲੋ। ਜੇ ਤੁਹਾਨੂੰ ਕੋਈ ਇੰਸ਼ੋਰੈਂਸ ਰਿਲੇਟਡ ਕੋਈ ਕੁਐਸਚਨ ਹੈਗਾ ਤਾਂ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੈਗੇ ਆ, ਜਾਂ ਤੁਸੀਂ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਆ, ਤੁਸੀਂ ਸਕਸੈਸਫੁਲ ਨਹੀਂ ਹੈਗੇ, ਆਪਣੀ MGA ਤੋਂ ਖੁਸ਼ ਨਹੀਂ ਹੈਗੇ, ਜਿਸ ਜਗ੍ਹਾ ਤੇ ਤੁਸੀਂ ਕੰਮ ਕਰਦੇ ਹੈਗੇ ਉੱਥੋਂ ਖੁਸ਼ ਨਹੀਂ ਹੈਗੇ, ਤਾਂ ਤੁਸੀਂ ਕੋਈ ਚੇਂਜ ਚਾਹੁੰਦੇ ਹੈਗੇ ਆ ਤੇ ਇੱਕ ਚੰਗੇ ਬ੍ਰਾਂਡ ਦੇ ਨਾਲ ਕੰਮ ਕਰਨਾ ਚਾਹੁੰਦੇ ਆ, ਪ੍ਰੋਫੈਸ਼ਨਲ ਜਿਹੜੀ ਜਗ੍ਹਾ ਆ ਉੱਤੇ ਜੁਆਇਨ ਕਰਨਾ ਚਾਹੁੰਦੇ ਆ, ਸਿੱਖਣਾ ਚਾਹੁੰਦੇ ਆ ਕਿ ਕਿਸ ਤਰੀਕੇ ਦੇ ਨਾਲ ਫੈਮਿਲੀ ਮਾਰਕੀਟ ਤੋਂ ਨਿਕਲ ਕੇ ਤੁਸੀਂ ਪ੍ਰੋਫੈਸ਼ਨਲ ਮਾਰਕੀਟਸ, ਡਾਕਟਰਸ ਨਾਲ ਕਿੱਦਾਂ ਡੀਲ ਕਰਨਾ, ਤੁਸੀਂ ਆਪਣੇ ਡੈਂਟਿਸਟ ਨਾਲ ਕਿੱਦਾਂ ਡੀਲ ਕਰਨਾ, ਇਹਨਾਂ ਸਾਰਿਆਂ ਦੇ ਵਾਸਤੇ ਬਿਜ਼ਨਸ ਨੂੰ ਕਿੱਦਾਂ ਗਰੋ ਕਰਨਾ, ਇਹਨਾਂ ਸਾਰੀਆਂ ਗੱਲਾਂ ਦੇ ਵਾਸਤੇ ਇੱਕ ਛੋਟੀ ਜਿਹੀ ਮੁਲਾਕਾਤ ਕਰੋ, ਜਿਹਦੇ ਵਿੱਚ ਮੈਂ ਤੁਹਾਨੂੰ ਇਹ ਸਾਰਾ ਐਕਸਪਲੇਨ ਕਰਾਂਗਾ। ਤੇ ਹੋ ਸਕਦਾ ਇਹ ਮੁਲਾਕਾਤ ਜਿਹੜੀ ਆ ਉਹ ਤੁਹਾਡੇ ਵਾਸਤੇ ਕੋਈ ਬੈਨੀਫਿਟ ਦੇ। ਹਾਂਜੀ ਜਦੂ ਜੀ,
ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਜੀ। ਔਰ ਮੈਂ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਇਸ ਮੌਕੇ ਦੇ ਉੱਤੇ ਜਿੱਥੇ ਰਵਿੰਦਰ ਜੱਸੂ ਸਾਹਿਬ ਤੁਸੀਂ ਆਏ ਸਟੂਡੀਓ 'ਚ ਬੜਾ ਵਧੀਆ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ। ਦਰਸ਼ਕਾਂ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਜਸਟ ਇਨ ਕੇਸ ਤੁਸੀਂ ਸੋਚਦੇ ਹੋ ਕਿ ਜੀ ਕੋਈ ਵੀ ਤੁਸੀਂ ਤੁਹਾਡੀ ਜ਼ਰੂਰਤ ਹੈ, ਥੱਲੇ ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ ਰਵਿੰਦਰ ਜੱਸੂ ਸਾਹਿਬ ਦੇ, ਤੁਸੀਂ ਔਰ ਇਹਦਾ ਆਫਿਸ ਦਾ ਐਡਰੈਸ ਵੀ ਆ ਰਿਹਾ, ਤੁਸੀਂ ਇੱਥੇ ਸੰਪਰਕ ਕਰ ਸਕਦੇ ਹੋ। ਰਵਿੰਦਰ ਜੱਸੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਐਂਡ ਵੀ ਵਿਸ਼ ਯੂ ਆਲ ਦ ਬੈਸਟ। ਓਕੇ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵਧੀਆ ਜਾਣਕਾਰੀ ਲਈ ਹੋਏਗੀ। ਯੁੱਧਵੀਰ ਜਸਵਾਲ ਨੂੰ ਇੱਥੇ ਇਜਾਜ਼ਤ ਦਿਓ, ਦੇਖਦੇ ਰਹੋ ਚੈਨਲ ਵਾਈ। South Asian Canadian channel, Hi, this is Priyanka Chopra and you're watching Channel Y. the biggest South Asian media group, Y Media. Y Media has newspaper, midweek, radio, South Asian Pulse. Hi, I'm Amitabh Bachchan, and you're listening to South Asian Pulse. Hi, this is Amir Khan, and you're listening to South Asian Pulse. अब हर दिन सुने GTA का नंबर 1 रेडियो स्टेशन FM 91.9। You are watching Channel Y. Channel Y. Prime Minister, welcome. It's a pleasure to be here. It's a pleasure to be back. Online, SouthAsianDaily.com, the biggest South Asian media group, Y Media.